ਦਰਬਾਰੇ ਖਾਲਸਾ ਦੇਖ ਰਹੇ ਸਾਰੇ ਦਰਸ਼ਕਾਂ ਦਾ YouTube ਚੈਨਲ ਦਰਬਾਰੇ ਖਾਲਸਾ ਤੇ ਸਵਾਗਤ ਹੈ। ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਅੱਜ ਫਿਰ ਜੁੜ ਚੁੱਕੇ ਨੇ ਡਾਕਟਰ ਅਮਰ ਸਿੰਘ ਆਜ਼ਾਦ। ਪਿਛਲੇ ਕਈ ਦਿਨ ਤੋਂ ਅਸੀਂ ਵੱਖੋ ਵੱਖਰੇ ਵਿਸ਼ੇ ਤੇ ਸਿਹਤ ਸੰਬੰਧੀ ਡਿਸਕਸ਼ਨ ਕਰਦੇ ਹਾਂ ਤੇ ਬੜੀ ਵਡਮੁੱਲੀ ਜਾਣਕਾਰੀ ਜਿਹੜੀ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਤੋਂ ਲੈਂਦੇ ਆ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਸੂਖਮ ਜੀਵਾਣੂ, ਉਹ ਜੀਵਾਣੂ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਉਹਨਾਂ ਦਾ ਸਾਡੇ ਸਰੀਰ ਤੇ ਕੀ ਪ੍ਰਭਾਵ ਪੈਂਦਾ, ਕਿਸ ਕਿਸ ਤਰ੍ਹਾਂ ਦੇ ਜੀਵ ਹੁੰਦੇ ਨੇ, ਉਹ ਸਾਡੇ ਵਾਸਤੇ ਕਿੰਨੇ ਸਹਾਈ ਨੇ, ਕਿੰਨੇ ਦੁਖਦਾਈ ਨੇ, ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਕਰਦੇ ਨੇ ਤੇ ਕਿਸ ਕਿਸ ਤਰ੍ਹਾਂ ਸਾਡੇ ਵਾਸਤੇ ਹੈਲਪਫੁਲ ਹੁੰਦੇ ਨੇ। ਉਹਨਾਂ ਸੂਖਮ ਜੀਵਾਂ ਦੇ ਵਿੱਚੋਂ ਹੀ ਇੱਕ ਜੀਵ ਹੈ ਜਿਹੜਾ ਅੱਜ ਵਿਸ਼ਵ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ, ਜਿਹਨੂੰ ਇੱਕ ਹਊਆ ਦੇ ਤੌਰ ਤੇ ਸਮੁੱਚਾ ਵਿਸ਼ਵ ਦੇਖ ਰਿਹਾ। ਮੈਂ ਦੱਸਾਂ ਕਿ ਉਹ ਸੂਖਮ ਜੀਵਾਂ ਦੇ ਵਿੱਚੋਂ ਇੱਕ ਜੀਵ ਹੈ ਜਿਹਨੂੰ ਕਰੋਨਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ। COVID-19 ਨਾਲ ਉਹਨੂੰ ਕੋਡਿੰਗ ਕੀਤੀ ਗਈ ਹੈ। ਸਮੁੱਚੇ ਵਿਸ਼ਵ ਦੇ ਵਿੱਚ ਉਹਦੇ ਜ਼ਰੀਏ ਇਹ ਗੱਲ ਕਹੀ ਜਾ ਰਹੀ ਹੈ ਕਿ ਮੌਤਾਂ ਹੋ ਰਹੀਆਂ ਨੇ। ਭੈਭੀਤ ਹੈ। ਇਹ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਕੁ ਗੱਲਾਂ ਆਪ ਸਭ ਦੇ ਧਿਆਨ ਚ ਲਿਆਉਣੀਆਂ ਚਾਹੁੰਦਾ ਹੈ। ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ COVID-19 ਦਾ ਜਿਹੜਾ ਪਹਿਲਾ ਪੇਸ਼ੈਂਟ ਆ ਉਹ ਦਸੰਬਰ ਦੇ ਅਖੀਰਲੇ ਹਫ਼ਤੇ ਚ ਆਉਂਦਾ ਹੈ। ਸਿਹਤ ਮਾਹਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਨਵਾਂ ਵਿਸ਼ਾਣੂ ਹੈ, ਨਵਾਂ ਵਾਇਰਸ ਹੈ, ਇਹਦੇ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਹੈਗੀ। ਇਸ ਦੇ ਬਾਵਜੂਦ ਇਹਦੇ ਦੂਸਰੇ ਪਾਸੇ ਚੱਲਦਿਆਂ 18 ਅਕਤੂਬਰ 2019 ਨੂੰ ਇੱਕ ਇਵੈਂਟ 201 ਦੇ ਨਾਮ ਤੇ ਨਿਊਯਾਰਕ ਦੇ ਵਿੱਚ ਇੱਕ ਕਾਨਫਰੰਸ ਹੁੰਦੀ ਹੈ, ਜਿਹਦੇ ਚ US ਦੇ ਜਿਹੜੇ CDC ਹੈ ਤੇ ਚਾਈਨਾ ਦੇ CDC ਹੈ ਉਹ ਵੀ ਉਹਦੇ ਚ ਬੈਠਦੇ ਨੇ। ਵਿਸ਼ਵ ਦੇ ਬੜੇ ਵੱਡੇ ਵਪਾਰੀ, ਜਿਹਦੇ ਚ ਜੌਨਸਨ ਐਂਡ ਜੌਨਸਨ ਕੰਪਨੀ ਉਹਦੇ ਵਿੱਚ ਸ਼ਾਮਲ ਹੁੰਦੀ ਹੈ। ਇੱਕ ਲੁਫਥਾਂਸਾ 에ਅਰਲਾਈਨਸ ਦੇ ਉਹਦੇ ਚ ਸ਼ਾਮਲ ਹੁੰਦੀ ਹੈ। ਬ੍ਰੌਡਕਾਸਟਿੰਗ ਕਿਸ ਤਰੀਕੇ ਨਾਲ ਕੀਤੀ ਜਾਵੇ, ਇਹ ਸਾਰਾ ਕੁਝ ਉਹਦੇ ਚ ਪਲੈਨਿੰਗ, ਉਹਦੇ ਚ ਸਾਰਾ ਸਿਸਟਮ ਚੱਲਦਾ ਹੈ। ਵਿਸ਼ਵ ਬੈਂਕ ਉਹਦੇ ਚ ਸ਼ਾਮਲ ਹੁੰਦੀ ਹੈ। ਹੋਰ ਬੜੀਆਂ, ਜੇ ਮੈਂ ਇਸ ਗੱਲ ਨੂੰ ਲੰਬੀ ਲੈ ਕੇ ਜਾਵਾਂ ਤੇ ਉਹਦੀ ਇੱਕ ਬੜੀ ਵੱਡੀ ਸੂਚੀ ਹੈ ਜਿਹੜੀਆਂ ਉਹਦੇ ਚ ਬਹੁਤ ਵਪਾਰੀ ਪੱਧਰ ਦੇ ਅਧਿਕਾਰੀ ਜਿਹੜੇ ਆ ਉਹ ਵੀ ਉਹਦੇ ਚ ਸ਼ਾਮਲ ਹੁੰਦੇ ਨੇ। ਤੇ ਇਹ ਡਾਕਟਰ ਸਾਹਿਬ, ਇਸ ਵਿਚਾਰ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਸ ਤਰੀਕੇ ਇਹ ਕਿਹਾ ਜਾਂਦਾ ਹੈ ਕਿ ਕਰੋਨਾ ਇੱਕ ਨਵਾਂ ਵਾਇਰਸ ਹੈ, ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ। ਤੇ ਦੂਸਰੇ ਪਾਸੇ ਉਸ ਤੋਂ ਕਰੀਬ 6 ਹਫ਼ਤੇ ਪਹਿਲਾਂ ਇੱਕ ਕਾਨਫਰੰਸ ਹੁੰਦੀ ਹੈ ਜਿਹਦੇ ਚ ਇਸ ਤਰ੍ਹਾਂ ਦੀ ਮਹਾਮਾਰੀ ਦੇ ਆਉਣ ਵਾਲੇ ਪ੍ਰਭਾਵਾਂ ਦੇ ਬਾਰੇ ਚ, ਉਹਦਾ ਆਰਥਿਕਤਾ ਤੇ ਕੀ ਅਸਰ ਪਏਗਾ, ਉਹਦੀ ਨਿਊਜ਼ ਦੀ ਬ੍ਰੌਡਕਾਸਟਿੰਗ ਕਿਸ ਤਰੀਕੇ ਨਾਲ ਕੀਤੀ ਜਾਵੇ, ਇਹ ਸਾਰੀ ਵਿਚਾਰ ਚਰਚਾ ਹੁੰਦੀ ਹੈ। ਤੇ ਉਸ ਵਿਚਾਰ ਚਰਚਾ ਦੇ ਵਿੱਚ ਕਿਤੇ ਵੀ ਅਜਿਹਾ ਕੋਈ ਜ਼ਿਕਰ ਸੁਣਨ ਨੂੰ ਨਹੀਂ ਮਿਲਦਾ, ਮੈਂ ਨਹੀਂ ਘੱਟੋ ਘੱਟ ਸੁਣਿਆ, ਜਿਹਦੇ ਚ ਇਹ ਗੱਲ ਕੀਤੀ ਜਾਂਦੀ ਹੋਵੇ ਕਿ ਇਹਦੇ ਤੇ ਕਾਬੂ ਕਿਸ ਤਰੀਕੇ ਨਾਲ ਪਾਇਆ ਜਾਣਾ ਹੈ ਜਾਂ ਇਹਨੂੰ ਕੰਟਰੋਲ ਕਿਸ ਤਰੀਕੇ ਨਾਲ ਕੀਤਾ ਜਾਣਾ ਹੈ, ਬਿਮਾਰੀ ਨੂੰ ਰੋਕਿਆ ਕਿਸ ਤਰੀਕੇ ਨਾਲ ਜਾਣਾ ਹੈ। ਇਹਦੇ ਨਾਲ ਰਿਲੇਟਡ ਇੱਕ ਥੋੜਾ ਹੋਰ ਪਿੱਛੇ ਜਾਈਏ ਤਾਂ ਕਈ ਸਾਲ ਪਹਿਲਾਂ, ਕੋਈ ਕਰੀਬ ਇੱਕ ਦਹਾਕਾ ਪਹਿਲਾਂ, ਕੰਟੇਜੀਅਨ ਨਾਂ ਦੀ ਇੱਕ ਪਿਕਚਰ ਬਣਦੀ ਹੈ, ਹਾਲੀਵੁੱਡ ਮੂਵੀ ਬਣਦੀ ਹੈ, ਜਿਹਦੇ ਚ ਅੱਜ ਜੋ ਵਰਤਾਰਾ ਵਾਪਰ ਰਿਹਾ, ਜਿਸ ਤਰੀਕੇ ਨਾਲ ਲਾਸ਼ਾਂ ਆ ਰਹੀਆਂ ਨੇ, ਮਰੀਜ਼ ਆ ਰਹੇ ਨੇ, ਉਹ ਸਾਰਾ ਵਰਤਾਰਾ ਉਸ ਪਿਕਚਰ ਦੇ ਵਿੱਚ ਦਿਖਾਇਆ ਜਾਂਦਾ ਹੈ। ਸੋ ਮੈਂ ਇਹ ਸੰਖੇਪ ਗੱਲਾਂ ਇਸ ਕਰਕੇ ਕਰਨੀਆਂ ਚਾਹੀਆਂ ਤਾਂ ਕਿ YouTube ਚੈਨਲ ਦਰਬਾਰੇ ਖਾਲਸਾ ਦੇ ਜ਼ਰੀਏ ਜਿਸ ਦਰਸ਼ਕ ਤੱਕ, ਜਿਸ ਤਸਵੀਰ ਤੱਕ ਇਹ ਵੀਡੀਓ ਪਹੁੰਚੇ ਤਾਂ ਉਹ ਇਹਦੇ ਅੰਦਰ ਕੀ ਹੋ ਰਿਹਾ ਹੈ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਸਮਝ ਸਕੇ। ਅਸੀਂ ਜਾਣਨਾ ਚਾਹਾਂਗੇ ਕਿ ਕਰੋਨਾ ਵਾਇਰਸ ਹਊਆ ਹੈ ਜਾਂ ਹਕੀਕਤ ਹੈ। ਡਾਕਟਰ ਸਾਹਿਬ, ਇਸ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਪ੍ਰਤੀਕਰਮ ਇਸ ਵਿਸ਼ੇ ਤੇ ਜਾਣਨਾ ਚਾਹਾਂਗਾ ਕਿ ਜੇ ਇਹ ਨਵਾਂ ਵਾਇਰਸ ਸੀ ਤਾਂ ਇਹਦੇ ਰਿਗਾਰਡਿੰਗ ਰਲਦੀ ਮਿਲਦੀ ਗੱਲਬਾਤ ਕੰਟੇਜੀਅਨ ਅਸੀਂ ਕਿਵੇਂ ਦੇਖੀ, ਜਾਂ ਇਵੈਂਟ 201 ਨੂੰ ਤੁਸੀਂ ਕਿਵੇਂ ਵੇਖਦੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੀ ਗੱਲ ਤਾਂ ਇੱਥੇ ਮੈਂ ਸਪਸ਼ਟ ਕਰਦਾ ਕਿ ਮੈਂ ਜੋ ਪਿਛਲੇ ਦਿਨਾਂ 'ਚ ਬੋਲਿਆ ਜਾਂ ਜੋ ਅੱਜ ਬੋਲਾਂਗਾ ਉਹ ਕੋਈ ਮੇਰੀ ਕੋਈ ਰਿਸਰਚ ਨਹੀਂ ਹੈ। ਉਹਦੇ 'ਚ ਇੱਦਾਂ ਦੀ ਕੋਈ ਜਿਹਨੂੰ ਕਹਿੰਦੇ ਆ ਗਲਤਫਹਿਮੀ ਨਾ ਜਾਵੇ ਕਿ ਮੇਰੇ ਕੋਈ ਮੈਂ ਕੋਈ ਖੋਜ ਕੀਤੀ ਹੈ ਜਾਂ ਮੇਰੇ ਕੋਈ ਦਿਮਾਗ ਦੀ ਕਾਢ ਹੈ ਜਾਂ ਐਸਾ ਕੁਛ ਵੀ ਨਹੀਂ ਹੈ। ਇਹ ਸਾਰਾ ਕੁਛ ਸਾਇੰਸ ਦੇ ਜਰਨਲਾਂ 'ਚ, ਸਾਇੰਸ ਦੇ ਆਰਟੀਕਲ 'ਚ
ਜਾਂ ਕਿਸੇ ਨਾ ਕਿਸੇ ਸ਼ਕਲ 'ਚ ਵਿਗਿਆਨੀਆਂ ਨੇ ਆਪਣੇ ਆਪਣੇ ਕੰਮਾਂ ਦੇ ਰਾਹੀਂ, ਬਹੁਤ ਸਾਰੇ ਵਿਗਿਆਨੀ ਕੰਮ ਕਰਦੇ, ਇਸ ਕਰਕੇ ਉਹਨਾਂ ਦਾ ਸਭ ਦਾ ਨਾਂ ਲੈਣਾ ਜਾਂ ਸਭ ਦਾ ਕਹਿਣਾ ਬੜਾ ਔਖਾ ਹੁੰਦਾ। ਇਸ ਕਰਕੇ ਉਹ ਇਹੋ ਜਿਹੀ ਕੋਈ ਗਲਤਫਹਿਮੀ ਨਹੀਂ ਜਾਣੀ ਚਾਹੀਦੀ ਕਿ ਮੈਂ ਕੋਈ ਆਪਣੇ ਪੱਲਿਓਂ ਗੱਲ ਕਰ ਰਿਹਾ ਜਾਂ ਕੋਈ ਮੇਰੀ ਖੋਜ ਹੈ, ਐਸਾ ਕੁਝ ਵੀ ਨਹੀਂ ਹੈ। ਮੈਂ ਸਿਰਫ ਇੱਕ ਖਾਸ ਕਿਸਮ ਦੇ ਜਿਹੜੇ ਉਹ ਸ਼ਬਦ ਦੇ ਰਿਹਾ ਜਿਹੜੇ ਕਿ ਆਮ ਲੋਕ ਸਮਝ ਸਕਣ। ਕੋਸ਼ਿਸ਼ ਇਹ ਹੈ, ਕੋਸ਼ਿਸ਼ ਕਰ ਰਹੇ ਆ, ਪਤਾ ਨਹੀਂ ਸਮਝ ਸਕਣਗੇ ਜਾਂ ਨਹੀਂ ਸਮਝ ਸਕਣਗੇ, ਇਹ ਵੀ ਅਜੇ ਕੋਈ ਪੱਕਾ ਨਹੀਂ ਹੈ। ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਕਿ ਕੋਸ਼ਿਸ਼ ਪਹਿਲੀ ਵਾਰੀ ਕਰ ਰਿਹਾ ਆਪਾਂ ਇਹੋ ਜਿਹੀ ਇੱਦਾਂ ਦੀ, ਤਾਂ ਉਹਦੇ 'ਚ ਕੋਸ਼ਿਸ਼ ਵੀ, ਇਹਦੇ 'ਚ ਵੀ ਬਹੁਤ ਸੁਧਾਰ ਦੀ ਲੋੜ ਹੈ। ਉਹਦੇ ਲਈ ਮੈਂ ਮਾਫੀ ਚਾਹਾਂਗਾ, ਕਿਉਂਕਿ ਇਹ ਸੁਧਾਰ ਹੌਲੀ ਹੌਲੀ ਹੋਏਗਾ ਜਿਵੇਂ ਜਿਵੇਂ ਗੱਲ ਕਰਾਂਗੇ। ਕਿਉਂਕਿ ਜਦੋਂ ਗੱਲ ਕਰਨੀ ਹੁੰਦੀ ਹੈ ਤਾਂ ਫਿਰ ਤੁਹਾਡੇ ਮਨ ਤੇ ਇੱਕ ਜਿਹਨੂੰ ਕਹਿੰਦੇ ਆ ਬੋਝ ਪੈਂਦਾ ਹੈ ਕਿ ਤੁਸੀਂ ਗੱਲ ਨੂੰ ਗਹਿਰਾਈ 'ਚ ਜਾ ਕੇ ਹੋਰ ਸਮਝੋ, ਕਿਉਂਕਿ ਗੱਲ ਕਹਿਣ ਵਾਸਤੇ ਉਹਨੂੰ ਗਹਿਰਾਈ 'ਚ ਸਮਝਣਾ ਜ਼ਰੂਰੀ ਹੁੰਦਾ। ਉਹ ਜਿਹੜੀ ਕੋਸ਼ਿਸ਼ ਮੈਂ ਲਗਾਤਾਰ ਕਰ ਰਿਹਾ, ਤੇ ਉਹਦੇ ਅੰਦਰ ਜਿਹੜੀ ਇਹ ਪਹਿਲੀ ਕੋਸ਼ਿਸ਼ ਹੈ ਜਾਂ ਪਹਿਲੀ ਵੱਡੀ ਕੋਸ਼ਿਸ਼ ਕਹਿ ਲਓ, ਤਾਂ ਉਹਦੇ 'ਚ ਮੈਂ ਮਾਫੀ ਚਾਹੂੰਗਾ ਕਿ ਹੋ ਸਕਦਾ ਕਿ ਸ਼ਬਦ ਜਿਹੜੇ ਨੇ ਉਹ ਕਾਫੀ ਨਾ ਹੋਣ ਸੱਚ ਨੂੰ ਬਿਆਨ ਕਰਨ 'ਚ। ਇਹਦੇ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਰੋਨਾ ਵਾਇਰਸ ਬਾਰੇ, ਉਹ ਇੱਕ ਇਸ ਗੱਲ ਤੇ ਮੈਂ ਕਨਵਿੰਸਡ ਹਾਂ, ਜੋ ਕੁਝ ਮੈਂ ਪੜ੍ਹਿਆ ਲਿਖਿਆ ਹੈ, ਕਿ ਇਹ ਇੱਕ ਨਕਲੀ ਹੁਆ ਖੜਾ ਕੀਤਾ ਗਿਆ। ਉਦੇਸ਼ ਸਪਸ਼ਟ ਹੋ ਰਹੇ ਹੌਲੀ ਹੌਲੀ ਕਿ ਕੀ ਉਦੇਸ਼ ਨੇ। ਇਸ ਕਰਕੇ ਇਹ ਕੋਈ ਅਸਲੀ ਹੁਆ ਨਹੀਂ ਹੈ। ਇਹ ਇੱਕ ਜਿਹਨੂੰ ਕਹਿੰਦੇ ਦਿਮਾਗ ਪਹਿਲਾਂ ਪਲਾਨ ਕਰਕੇ ਉਹਦੇ ਅੰਦਰ ਪੂਰਾ ਮਕਸਦ ਲਿਆ ਕੇ ਇਸ ਮਕਸਦ ਪਹਿਲਾਂ ਸੋਚ ਲਿਆ ਵੀ ਆਹ ਮਕਸਦ ਅਸੀਂ ਕਰਨਾ ਹੈ, ਤੇ ਉਹਦੇ ਹਿਸਾਬ ਨਾਲ ਸਾਰੀ ਜਿਹੜੀ ਪਲੈਨਿੰਗ ਕੀਤੀ ਗਈ। ਉਹਦੇ ਅੰਦਰ ਹੀ ਉਹ ਜਿਹੜੀ ਈਵੈਂਟ 201 ਹੈ ਜਾਂ ਜਿਹੜੀ ਉਹ ਮੂਵੀ ਹੈ, ਕਿਉਂਕਿ ਇਹ ਬਹੁਤ ਪੁਰਾਣੀ ਗੱਲ ਜਿਹੜੀ ਹੈ, ਵਿਗਿਆਨੀਆਂ ਨੂੰ ਪਤਾ ਹੈ ਕਿ ਜਦੋਂ ਜਨਤਾ ਨੂੰ ਕਿਸੇ ਕੰਮ ਲਈ ਤਿਆਰ ਕਰਨਾ ਹੁੰਦਾ ਤਾਂ ਉਹਦੀ ਮੂਵੀ ਬਣਵਾਈ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਇੱਦਾਂ ਹੁੰਦਾ, ਪਹਿਲਾਂ ਵੀ ਕਰਦੇ ਆ ਕਿ ਤੁਸੀਂ ਲੋਕਾਂ ਨੂੰ ਖਾਸ ਦਿਸ਼ਾ ਸੋਚਣ ਲਾਉਣਾ ਹੋਵੇ, ਉਹਦੀ ਇੱਕ ਹਾਲੀਵੁੱਡ ਜਾਂ ਬਾਲੀਵੁੱਡ ਫਿਲਮ ਬਣਾਤੀ ਜਾਂਦੀ ਹੈ ਤਾਂ ਕਿ ਲੋਕ ਉੱਧਰ ਹੀ ਸੋਚਣ, ਇੱਧਰ ਉੱਧਰ ਨਾ ਸੋਚਣ। ਜਿਹਨੂੰ ਕਹਿੰਦੇ ਤੁਹਾਨੂੰ ਤੁਹਾਡੀ ਸੋਚ ਨੂੰ, ਤੁਹਾਡੀ ਚਿੰਤਨ ਨੂੰ, ਤੁਹਾਡੀ ਚੇਤਨਾ ਨੂੰ ਇੱਕ ਲਾਈਨ ਦੇ ਦਿੰਦੇ ਆ, ਜਿਵੇਂ ਰੇਲਵੇ ਲਾਈਨ ਹੁੰਦੀ ਹੈ ਕਿ ਰੇਲਵੇ ਲਾਈਨ ਤੇ ਹੀ ਚੱਲਣਾ, ਇੱਧਰ ਉੱਧਰ ਨਹੀਂ ਹੋ ਸਕਦੀ। ਉਹ ਇੱਕ ਲਾਈਨ ਵਿਛਾਤੀ ਜਾਂਦੀ ਹੈ ਕਿ ਤੁਸੀਂ ਇੱਧਰ ਹੀ ਸੋਚੋ, ਹੋਰ ਨਾ ਸੋਚੋ। ਤਾਂ ਉਹਦੇ ਅੰਦਰ ਉਹ ਪੋਸੀਬਿਲਿਟੀਜ਼ ਹੈਗੀਆਂ ਨੇ। ਮੈਂ ਸਮਝਦਾ ਕਿ ਉਹ ਸੰਭਾਵਨਾਵਾਂ ਨੂੰ ਆਪਾਂ ਥੋੜਾ ਜਿਹਾ ਪਿੱਛੇ ਪਾਉਣੇ ਆ ਜੇ। ਤਾਂ ਮੇਰੀ ਇੱਛਾ ਹੈ ਕਿ ਆਪਾਂ ਇਹ ਸਮਝੀਏ ਕਿ ਜਿਹੜੇ ਇਹ ਸੂਖਸ਼ਮ ਜੀਵ ਹੁੰਦੇ ਆ ਜਿਹਦੇ 'ਚ ਵਾਇਰਸਿਸ ਵੀ ਆਉਂਦੀਆਂ ਨੇ, ਤਾਂ ਸੂਖਸ਼ਮ ਜੀਵ ਅਸਲ ਵਿੱਚ ਹੈ ਕੀ ਨੇ, ਉਹਦਾ ਸਾਡੇ ਸੈੱਲਾਂ ਨਾਲ ਜਾਂ ਸਾਡੇ ਸਰੀਰ ਨਾਲ ਰਿਸ਼ਤਾ ਕੀ ਹੈ, ਤੇ ਕੁਦਰਤ ਕਿੱਦਾਂ ਕੰਮ ਕਰਦੀ ਹੈ। ਉਹਦੇ 'ਚ ਫਿਰ ਜਿਹੜੀ ਗੱਲ ਮੈਂ ਸਮਝਦਾ ਕਿ ਜਿਹੜੀ ਪੂਰੀ ਮਨੁੱਖਤਾ ਜਿਹੜੀ ਹੈ, ਇਹ ਜਿਹਨੂੰ ਕਹਿੰਦੇ ਇਸ ਝੂਠ ਦਾ ਸ਼ਿਕਾਰ ਹੋ ਗਈ ਹੈ, ਉਹਦੇ ਅੰਦਰ ਬਹੁਤ ਵੱਡਾ ਰੋਲ ਇਸ ਗੱਲ ਦਾ ਹੈ। ਮੈਂ ਸਮਝਦਾ ਕਿ ਬਹੁਤ ਵੱਡਾ ਹੀ ਨਹੀਂ, ਮੁੱਖ ਰੋਲ ਇਸ ਗੱਲ ਦਾ ਹੈ ਕਿ ਆਮ ਜਨਤਾ ਨੂੰ ਕੀਟਾਣੂਆਂ ਬਾਰੇ ਇੱਕ ਗਲਤ ਕਿਸਮ ਦੀ ਚੇਤਨਾ ਦਿੱਤੀ ਗਈ ਹੈ ਪਿਛਲੇ ਕਈ ਸਾਲਾਂ ਤੋਂ, ਜਿਹੜੀ ਐਲੋਪੈਥਿਕ ਮੈਡੀਕਲ ਸਿਸਟਮ ਦੇ ਰਾਹੀਂ। ਔਰ ਅਸੀਂ ਬਦਕਿਸਮਤੀ ਮਨੁੱਖਤਾ ਦੀ ਇਹ ਹੈ ਕਿ ਅਸੀਂ ਇਹਨਾਂ ਸੂਖਸ਼ਮ ਜੀਵਾਂ ਨੂੰ ਬਿਮਾਰੀਆਂ ਦੇ ਕੀਟਾਣੂ ਹੀ ਸਮਝਦੇ ਹਾਂ। ਸਾਨੂੰ ਸਾਡੀ ਇਸ ਤੋਂ ਬਿਯੋਂਡ, ਇਸ ਤੋਂ ਅੱਗੇ ਕੋਈ ਸੋਚ ਨਹੀਂ ਹੈ। ਬਹੁਤ ਹੀ ਬਦਕਿਸਮਤੀ ਦੀ ਗੱਲ ਹੈ, ਜਿਹੜਾ ਕਿ ਸੱਚ ਨਹੀਂ ਹੈ। ਤੇ ਸੱਚ ਦੀ ਸੱਚ ਤੇ ਖੜਨਾ ਤੇ ਸੱਚ ਤੇ ਪਹਿਰਾ ਦੇਣਾ ਜਿਹੜਾ ਹੈ ਉਹ ਧਰਮ ਦਾ ਕੰਮ ਹੈ। ਧਰਮ ਦਾ ਕੰਮ ਯਾਨੀ ਕਿ ਮਨੁੱਖਤਾ ਹਰ ਚੇਤਨ ਮਨੁੱਖ ਦਾ ਕੰਮ ਹੈ। ਉਸ ਕੰਮ ਨੂੰ ਸਾਡੇ ਗੁਰੂ ਸਾਹਿਬਾਨ ਨੇ ਬਹੁਤ ਬਖੂਬੀ ਕੀਤਾ, ਸਾਨੂੰ ਕਿਸੇ ਹੋਰ ਉਦਾਹਰਨ ਦੇਣ ਦੀ ਲੋੜ ਨਹੀਂ ਹੈ। ਤਾਂ ਮੈਂ ਸਮਝਦਾ ਕਿ ਜਿੰਨਾ ਸਾਡੇ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸੱਚ ਤੇ ਪਹਿਰਾ ਦਿੱਤਾ, ਔਰ ਜਿਹਨੂੰ ਕਹਿੰਦੇ ਆ ਤੀਬਰਤਾ ਨਾਲ, ਔਰ ਜਿੰਨਾ ਧੜਕਤਾ ਨਾਲ, ਔਰ ਜਿੰਨਾ ਇੱਕ ਯੋਧਿਆਂ ਵਾਂਗੂ ਦਿੱਤਾ, ਉਹਦਾ ਕੋਈ ਦੇ ਨਹੀਂ ਸਕਦਾ। ਤਾਂ ਇਸ ਕਰਕੇ ਅਸੀਂ ਉਹਨਾਂ ਦੇ ਵਾਰਿਸ ਹਾਂ, ਸਾਡੇ 'ਚ ਉਹਨਾਂ ਦੀ ਚੇਤਨਾ ਹੈ, ਅਸੀਂ ਉਸ ਸ਼ਬਦ ਨਾਲ ਜੁੜੇ ਹੋਏ ਹਾਂ। ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸੱਚ ਤੇ ਪਹਿਰਾ ਦਈਏ। ਤੇ ਜੋ ਇਹ ਝੂਠ ਪੂਰੀ ਮਨੁੱਖਤਾ 'ਚ ਪ੍ਰਚਾਰਿਆ ਗਿਆ, ਇੱਕ ਖਾਸ ਜਿਹੜੇ ਮਨਸ਼ੇ ਨੇ ਉਹਦੇ ਅੰਦਰ, ਜਿਹੜੇ ਕਿ ਮਨੁੱਖਤਾ ਵਿਰੋਧੀ ਨੇ, ਕੁਦਰਤ ਵਿਰੋਧੀ ਨੇ, ਤੇ ਉਹਦੇ ਅੰਦਰ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੋਣਾ। ਇਸ ਕਰਕੇ ਸਾਨੂੰ ਇਹ ਸੱਚ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਜੀ। ਉਹ ਜਿਹੜਾ ਸੱਚ ਕੀ ਹੈ, ਸੂਖਸ਼ਮ ਜੀਵਾਂ ਦਾ ਸੱਚ ਕੀ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਉਹ ਆਪਾਂ ਗੱਲ ਫਿਰ ਉੱਥੋਂ ਸ਼ੁਰੂ ਕਰਦੇ ਹਾਂ, ਕਿਉਂਕਿ ਗੱਲ ਉੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਕਿ ਮੂਲ ਸਾਡਾ ਜਿਹੜਾ ਉਹਦੇ ਹੀ ਅਸੀਂ ਰੂਪ ਹਾਂ। ਮੂਲ ਹੈ ਜਿਹਨੂੰ ਅਸੀਂ ਪ੍ਰਮਾਤਮਾ ਕਹਿੰਦੇ ਹਾਂ। ਆਪਣੀ ਸੱਭਿਅਤਾ ਦੇ ਜਿਹੜੇ ਸ਼ਬਦਾਂ 'ਚ ਜਾਂ ਵਿਗਿਆਨ ਹੈ ਜਿਹਨੂੰ ਕੁਆਂਟਮ ਫੀਲਡ ਕਹਿੰਦਾ, ਉਹੀ ਮੂਲ ਨੇ ਅੱਗੇ ਰੂਪ ਲਿੱਤੇ। ਉਸੇ ਮੂਲ ਨੇ ਸੂਰਜਾਂ ਦੇ ਰੂਪ ਲਿੱਤੇ, ਤਾਰਿਆਂ ਦੇ ਰੂਪ ਲਿੱਤੇ, ਉਸੇ ਮੂਲ ਨੇ ਧਰਤੀਆਂ ਦੇ ਰੂਪ ਲਿੱਤੇ, ਉਸੇ ਮੂਲ ਨੇ ਧਰਤੀਆਂ ਦੇ ਵਸਦੀ ਕੁਦਰਤ ਦੇ ਰੂਪ ਲਿੱਤੇ।
ਉਸੇ ਮੂਲ ਨੇ ਸੂਖਸ਼ਮ ਜੀਵਾਂ ਦਾ ਰੂਪ ਲਿੱਤਾ ਤੇ ਸੂਖਸ਼ਮ ਜੀਵਾਂ ਤੋਂ ਬਾਅਦ ਫਿਰ ਵੱਡੀ ਜ਼ਿੰਦਗੀ ਔਰ ਮਨੁੱਖ ਤੱਕ ਦਾ ਰੂਪ ਲਿੱਤਾ। ਉਹ ਸਾਰੇ ਉਸਦੇ ਰੂਪ ਨੇ। ਉਹਦੇ ਰੂਪ ਹੋਣ ਕਰਕੇ ਉਹਦੇ ਅੰਦਰ ਬਹੁਤ ਹੀ ਗਹਿਰਾ ਤਾਲਮੇਲ ਹੈ, ਇੰਨਾ ਗਹਿਰਾ ਹੈ ਕਿ ਉਹਨੂੰ ਜੇ ਤੁਸੀਂ ਜਦੋਂ ਦੇਖਦੇ ਹੋ ਤਾਂ ਤੁਸੀਂ ਅਸ਼ ਕਰ ਉੱਠਦੇ ਹੋ ਕਿ ਕਿਆ ਬਾਤ ਹੈ, ਕਿਆ ਕਮਾਲ ਹੈ। ਔਰ ਮੈਂ ਇੱਥੇ ਸਪਸ਼ਟ ਕਰਦਾ ਕਿ ਵਿਗਿਆਨ ਨੂੰ ਉਸ ਸੱਚ ਦਾ 1% ਵੀ ਅਜੇ ਸਮਝ ਨਹੀਂ ਆਇਆ। ਜਿਹੜੇ ਵਿਗਿਆਨੀ ਬੜੇ ਪਾਠੇ ਖਾਨ ਬਣੇ ਫਿਰਦੇ ਆ, ਬੜੇ ਕਹਿੰਦੇ ਵੀ ਅਸੀਂ ਵਿਗਿਆਨੀ ਤੇ ਸਾਨੂੰ ਸਭ ਕੁਝ ਸਮਝ ਆ ਗਿਆ, ਤੇ ਮੂਲ ਨੂੰ ਭੁੱਲ ਹੀ ਚੁੱਕੇ ਆ। ਉਹ ਮੂਲ ਵੀ ਨਹੀਂ ਭੁੱਲ ਚੁੱਕੇ, ਉਹ ਉਸ ਵਿਗਿਆਨ ਦੇ ਸਿਰ ਤੇ ਉਹ ਉਹਨਾਂ ਲੋਕਾਂ ਦੇ ਨਾਲ ਜਾ ਕੇ ਖੜ ਗਏ ਆ ਜਿਹੜੇ ਕਿ ਬਹੁਤ ਵੱਡੇ ਪਾਪੀ ਨੇ, ਜਿਹੜੇ ਕਿ ਬਹੁਤ ਵੱਡੇ ਮਨੁੱਖਤਾ ਦੇ ਦੁਖੀ ਨੇ। ਔਰ ਇਕੱਲੇ ਮਨੁੱਖਤਾ ਦੇ ਨਹੀਂ, ਇਸ ਧਰਤੀ ਦੇ ਪ੍ਰਵਾਸੀ ਕੁਦਰਤ ਦੇ ਵੀ ਦੁਖੀ ਨੇ। ਔਰ ਦੁਖੀ ਇੰਨੇ ਇਸ ਹੱਦ ਤੱਕ ਹੋ ਗਏ ਉਹ ਕਿ ਇੱਥੋਂ ਤੱਕ ਵੀ ਖਤਰਾ ਬਣ ਰਿਹਾ ਕਿ ਇਸ ਧਰਤੀ ਦੇ ਉੱਪਰ ਜੀਵਨ ਬਚੇਗਾ ਜਾਂ ਨਹੀਂ ਬਚੇਗਾ। ਇਸ ਗੱਲ ਦੀਆਂ ਵੀ ਅੱਜ ਵਿਗਿਆਨ ਦੇ ਅੰਦਰ ਜਿਹੜੀਆਂ ਬਹਿਸਾਂ ਹੋ ਰਹੀਆਂ ਨੇ ਕਿ ਪੂਰੇ ਦਾ ਪੂਰਾ ਜੀਵਨ ਜਿਹੜਾ ਉਹ ਖਤਰੇ 'ਚ ਆ ਰਿਹਾ ਹੈ, ਉਹਨਾਂ ਲੋਕਾਂ ਕਰਕੇ ਜਿਹੜੇ ਕਿ ਵਿਗਿਆਨ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤ ਰਹੇ ਆ, ਜਾਂ ਉਹ ਵਿਗਿਆਨੀ ਜਿਹੜੇ ਉਹ ਸੌੜੇ ਹਿੱਤਾਂ ਲਈ ਵਰਤਣ ਵਾਲਿਆਂ ਦੇ ਨਾਲ ਹਿੱਸੇਦਾਰ ਬਣ ਗਏ ਆ, ਝੂਠੀਦਾਰ ਬਣ ਗਏ ਆ। ਇਸ ਕਰਕੇ ਉਸ ਜਿਹੜਾ ਜਿਹਨੂੰ ਕਹਿੰਦੇ ਅਪਵਿੱਤਰ ਔਰ ਜਿਹੜਾ ਪਾਪ ਦਾ ਜਿਹੜਾ ਗੱਠਜੋੜ ਹੈ, ਉਹਦੇ ਖਿਲਾਫ ਜਿਹੜਾ ਚੇਤਨ ਹੋਣਾ, ਚੇਤਨ ਕਰਨਾ, ਉਹਦੇ ਖਿਲਾਫ ਡਟ ਕੇ ਖੜਨਾ, ਜਿਹੜਾ ਉਸ ਪ੍ਰਕਿਰਿਆ ਦੇ ਅਧੀਨ ਅਸੀਂ ਅੱਜ ਜਿਹੜੀ ਇਹ ਗੱਲਬਾਤ ਕਰ ਰਹੇ ਹਾਂ। ਤਾਂ ਉਹਦੇ ਅੰਦਰ ਜਿਹੜੇ ਸੂਖਸ਼ਮ ਜੀਵ ਨੇ, ਮੋਟਾ ਅਗਰ ਲਈਏ ਆਪਾਂ ਤਾਂ ਆਪਣੇ ਸਰੀਰ ਦੇ ਅੰਦਰ ਆਪਾਂ 1 ਕਰੋੜ ਸੈੱਲਾਂ ਦਾ ਕੰਗਲੋਮਰੇਟ ਆ, ਯਾਨੀ ਕਿ ਇਕੱਠ। 1 ਕਰੋੜ ਬੜੀ ਵੱਡੀ ਫਿਗਰ ਹੈ ਜੀ। ਹਾਂ, ਇੱਕ ਦੇ ਨਾਲ 14 ਜ਼ੀਰੋ, ਯਾਨੀ ਕਿ 14 ਜ਼ੀਰੋ। ਮੋਟਾ ਲਾਓ, ਅੱਡ ਖੋਜਾਂ ਨੇ ਅੱਡ ਨੰਬਰ ਦਿੱਤੇ ਆ, ਲੇਕਿਨ ਮੈਂ ਇਹਨੂੰ ਇਸ ਕਰਕੇ ਇਸ ਨੰਬਰ ਨੂੰ ਲੈ ਲਿਆ ਕਿਉਂਕਿ ਬੋਲਣਾ ਸੌਖਾ, ਕਹਿਣਾ ਸੌਖਾ। ਉਹ ਲਗਭਗ 30 ਲੱਖ ਕਰੋੜ ਤੋਂ ਲੈ ਕੇ 1 ਕਰੋੜ ਤੱਕ ਦੀਆਂ ਵਿਗਿਆਨਕ ਐਸਟੀਮੇਟਸ ਨੇ। ਸਾਡੇ ਸਰੀਰ 'ਚ ਨੰਬਰ ਆਫ ਸੈਲਸ ਹੁੰਦੇ ਆ। ਆਪਾਂ 1 ਕਰੋੜ ਲੈ ਕੇ ਚੱਲਦੇ ਆ ਕਿਉਂਕਿ ਗੱਲਬਾਤ ਕਰਨੀ ਸੌਖੀ ਹੋਈ ਉਹਦੇ ਨਾਲ ਥੋੜੀ ਜਿਹੀ, ਕਿਉਂਕਿ ਸਿੱਧੇ ਨੂੰ ਸਿੰਪਲ ਕਰਨਾ ਵੀ ਬਹੁਤ ਜ਼ਰੂਰੀ ਹੈ ਜੀ। ਕਰੋੜ ਸੈੱਲ ਨੇ ਸਾਡੇ ਸਰੀਰ ਦੇ, ਔਰ ਉਹ ਸੈੱਲ ਜਿਹੜੇ ਨੇ ਕੱਲਾ ਸੈੱਲ ਜਿਹੜਾ ਹੈ ਉਹ ਹਜ਼ਾਰਾਂ ਕੰਮ ਕਰ ਰਿਹਾ, ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਕੰਮ ਕਰ ਰਿਹਾ। ਔਰ ਹਜ਼ਾਰਾਂ ਕੰਮ ਕਰਦੇ ਹੋਏ 1 ਕਰੋੜ ਸੈੱਲ ਆਪਸ 'ਚ ਤਾਲਮੇਲ 'ਚ ਨੇ। ਉਹ ਅਸੀਂ ਸਰੀਰ ਆ ਜੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਤਾਂ ਜਦੋਂ ਅਸੀਂ ਬੋਲ ਚੱਲ ਰਹੇ ਹਾਂ, ਜਦੋਂ ਅਸੀਂ ਸੋਚ ਰਹੇ ਹਾਂ, ਜਦੋਂ ਸਾਡਾ ਦਿਲ ਧੜਕ ਰਿਹਾ, ਸਾਹ ਚੱਲ ਰਿਹਾ, ਹੋਰ ਅਨੇਕਾਂ ਜਿਹੜੀਆਂ ਹਜ਼ਾਰਾਂ ਸਰਗਰਮੀਆਂ ਸਾਡੇ ਸਰੀਰ ਦੇ ਅੰਦਰ ਹੋ ਰਹੀਆਂ ਨੇ, ਤਾਂ ਉਹ ਜਿਹੜਾ ਉਹ ਕਿੱਦਾਂ ਹੋ ਰਿਹਾ ਕਿ ਉਹ 1 ਕਰੋੜ ਸੈੱਲ ਜਿਹੜੇ ਪੂਰੇ ਤਾਲਮੇਲ 'ਚ ਨੇ। ਉਹ ਪੂਰੇ ਤਾਲਮੇਲ 'ਚ ਨਹੀਂ, ਪੂਰੇ ਇੱਕ ਗਹਿਰੇ ਸੰਬੰਧ 'ਚ ਬੱਝੇ ਹੋਏ ਆ। ਉਸ ਸੰਬੰਧ ਨੂੰ ਆਪਾਂ ਸਧਾਰਨ ਭਾਸ਼ਾ ਦੇਣੀ ਚਾਹੀਏ ਤਾਂ ਬਹੁਤ ਹੀ ਗਹਿਰੇ ਪਿਆਰ ਦੇ ਸੰਬੰਧ 'ਚ ਬੱਝੇ ਹੋਏ ਆ। ਪਿਆਰ ਦੇ ਸੰਬੰਧ ਕਿਉਂ ਕਹਿੰਦੇ ਆਪਾਂ ਕਿ ਉਹ ਉੱਥੇ ਸੈੱਲਾਂ ਦੇ ਅੰਦਰ ਕੋਈ ਮੈਂ ਨਹੀਂ ਹੈ, ਕੋਈ ਮੈਨੈਸ ਨਹੀਂ ਹੈ, ਆਈਨੈਸ ਨਹੀਂ ਹੈ, ਵੀਨੈਸ ਹੈ। ਉਹ ਇੱਕ ਸੰਪੂਰਨਤਾ ਦੇ ਤੌਰ ਤੇ, ਪੂਰਨਤਾ ਦੇ ਤੌਰ ਤੇ ਕੰਮ ਕਰਦੇ ਆ। ਉਹ ਕੱਲਾ ਸੈੱਲ ਆਪਾਂ ਨਹੀਂ ਕਰਦਾ, ਉਹ ਮਾਰੀ ਨਹੀਂ ਕਰਦਾ, ਉਹ ਇਹ ਨਹੀਂ ਸੋਚਦਾ ਕਿ ਮੈਂ ਨਹੀਂ ਕਰਦਾ। ਉਹ ਦੂਸਰਿਆਂ ਦਾ ਖਿਆਲ ਰੱਖਦਾ, ਦੂਸਰਾ ਖਿਆਲ ਰੱਖਦਾ, ਤੇ ਇੱਕ ਦੂਜੇ ਦਾ ਉਹ ਖਿਆਲ ਰੱਖਦੇ ਆ। ਔਰ ਜਦੋਂ ਵੀ ਕਿਤੇ ਕਿਸੇ ਇੱਕ ਵੀ ਸੈੱਲ ਦੇ ਉੱਪਰ ਜਾਂ ਇੱਕ ਵੀ ਅੰਗ ਦੇ ਉੱਪਰ ਕੋਈ ਭੀੜ ਪੈਂਦੀ ਹੈ ਤਾਂ ਪੂਰੇ ਦਾ ਪੂਰਾ ਜਿਹੜਾ ਸਰੀਰ ਹੈ ਉਹਦੀ ਮਦਦ ਲਈ ਆਉਂਦਾ। ਮੰਨ ਲਓ ਕੋਈ ਚੋਟ ਲੱਗ ਜਾਂਦੀ ਹੈ, ਕੋਈ ਬਾਹਰਲਾ ਕੋਈ ਐਸਾ ਕੀਟਾਣੂ ਅੰਦਰ ਆ ਜਾਂਦਾ ਜਿਹੜਾ ਨੁਕਸਾਨ ਕਰ ਸਕਦਾ ਹੈ, ਕੋਈ ਜ਼ਹਿਰ ਅੰਦਰ ਆ ਜਾਂਦਾ ਜਿਹੜਾ ਨੁਕਸਾਨ ਕਰ ਸਕਦਾ, ਉਹ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈ ਉਹ ਉਸ ਅੰਗ ਨੂੰ, ਉਸ ਸਿਸਟਮ ਨੂੰ, ਉਸ ਸੈੱਲ ਨੂੰ ਬਚਾਉਣ 'ਚ ਲੱਗ ਜਾਂਦਾ। ਇਹ ਬਹੁਤ ਗਹਿਰਾ ਸੋਚੋ ਵੀ ਤਾਂ ਤੁਸੀਂ, ਮਤਲਬ ਸੋਚ ਉੱਥੋਂ ਤੱਕ ਨਹੀਂ ਜਾਂਦੀ ਕਿੰਨਾ ਗਹਿਰਾ ਜੀ। ਉਸ ਗਹਿਰਾਈ 'ਚ ਕੰਮ ਕਰਦੇ ਹੋਏ 1 ਕਰੋੜ ਸੈੱਲ ਪੂਰਨ ਇੱਕ ਯੂਨਿਟ ਦੇ ਤੌਰ ਤੇ, ਇੱਕ ਸਿਸਟਮ ਦੇ ਤੌਰ ਤੇ, ਯੂਨਿਟ ਵੀ ਨਾ ਸਿਸਟਮ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਪੂਰਾ ਸਿਸਟਮ ਆਪਰੇਟ ਕਰ ਰਿਹਾ ਕੰਪਿਊਟਰ ਦਾ, ਕਰ ਰਿਹਾ ਜੀ। ਇੱਥੋਂ ਲੈ ਕੇ ਸਾਡੇ ਫੋਨ ਜਾਂ ਸਾਡੇ ਲੈਪਟਾਪ ਦੇ ਅੰਦਰ ਜੋ ਸਿਸਟਮ ਹੈ ਉਹ, ਫਿਰ ਜੋ ਸਿਸਟਮ ਨਾਲ ਅਸੀਂ ਕਨੈਕਟਡ ਆ ਸੈਟੇਲਾਈਟ ਰਾਹੀਂ, ਉਹ ਫਿਰ ਗਾਂ ਉਹ ਵੱਡੇ ਜਿਹੜੇ ਜਿਹਨੂੰ ਕਹਿੰਦੇ ਆ, ਉਹਨੇ ਕੀ ਕਹਿੰਦੇ ਉਹਨੂੰ, ਕੰਪਿਊਟਰ ਨੂੰ ਕੋਆਰਡੀਨੇਟ ਕਰਦੇ ਆ, ਸੌਫਟਵੇਅਰ ਦਾ ਕੋਈ ਤਾਂ ਚਲੋ ਨਾਮ ਮੈਨੂੰ ਯਾਦ ਨਹੀਂ ਆ ਰਿਹਾ। ਉਹਦਾ ਮਤਲਬ ਪੂਰਾ ਇੱਕ ਸਿਸਟਮ ਦੇ ਤੌਰ ਤੇ ਅਸੀਂ ਕੰਮ ਕਰ ਰਹੇ ਤਾਂ ਗੱਲਬਾਤ ਕਰ ਪਾ ਰਹੇ ਹਾਂ। ਹਾਂਜੀ ਹਾਂ, ਸਿਸਟਮ 'ਚ ਕਿਤੇ ਵੀ ਕੋਈ ਕੜੀ ਟੁੱਟ ਜਾਵੇ, ਕਮਜ਼ੋਰ ਪੈ ਜਾਵੇ ਤਾਂ ਪੂਰੇ ਦਾ ਪੂਰਾ ਸਿਸਟਮ ਫਲॉप ਹੋ ਜਾਏਗਾ, ਫੇਲ ਹੋ ਜਾਏਗਾ ਹੁੰਦਾ ਜੀ। ਸਰੀਰ ਜਿਹੜਾ ਇੱਕ ਪੂਰੇ ਸਿਸਟਮ ਦੇ ਤੌਰ ਤੇ ਕੰਮ ਕਰਦਾ, ਉਹ ਕੋਈ ਕੱਲਾ ਜਿਹਨੂੰ ਕਹਿੰਦੇ ਪੁਰਜਿਆਂ ਦਾ ਗੱਠਜੋੜ ਨਹੀਂ ਹੈ। ਉਹ ਪੁਰਜਿਆਂ ਦਾ ਮਸ਼ੀਨ ਵਰਗਾ ਗੱਠਜੋੜ ਨਹੀਂ ਹੈ, ਉਹਦੇ ਅੰਦਰ ਚੇਤਨ ਗੱਠਜੋੜ ਹੈ। ਚੇਤਨ ਨੇ ਉਹ, ਹਰ ਸੈੱਲ ਚੇਤਨ ਹੈ, ਹਰ ਸੈੱਲ ਦੇ ਅੰਦਰ ਆਪਣੀ ਇੱਕ ਚੇਤਨਾ ਹੈ, ਹਰ ਸੈੱਲ ਦੇ ਆਪਣੇ ਅੰਦਰ ਇੱਕ ਆਪਣੀ ਸਿਆਣਪ ਹੈ। ਉਹ ਸਾਰੀ ਕਲੈਕਟਿਵ ਸਿਆਣਪ ਜਿਹੜੀ ਹੈ ਇੱਕ ਸਿਸਟਮ ਦੇ ਤੌਰ ਤੇ ਜੋ ਕੰਮ ਕਰਦੀ ਹੈ, ਤਾਂ ਉਹ ਸਰੀਰ ਹੈ ਸਾਡਾ ਜੀ।
ਇਸੇ ਤਰ੍ਹਾਂ ਇਹ ਸਰੀਰ ਇਹ ਜਿਹੜੇ 1 ਕਰੋੜ ਸੈੱਲ ਨੇ, ਇਹ ਇਕੱਲੇ ਉਹ ਨਹੀਂ ਹੈ, ਕਿਉਂਕਿ ਇਹ 1 ਕਰੋੜ ਸੈੱਲ ਜਿਹੜੇ ਨੇ ਜਿਸ ਸ਼ਕਲ 'ਚ ਹੈਗੇ ਆ, ਇਹ ਕਿੱਥੋਂ ਉਪਜੇ? ਅੱਜ ਤੋਂ ਕਰੋੜਾਂ ਸਾਲ ਪਹਿਲਾਂ ਇਹ ਸਰੀਰ ਇਦਾਂ ਨਹੀਂ ਸੀਗਾ। ਅੱਜ ਤੋਂ ਕਰੋੜਾਂ ਸਾਲ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਜੀਵਨ ਆਇਆ ਧਰਤੀ ਦੇ ਉੱਪਰ, ਪਹਿਲਾਂ ਸੂਰਜ ਬਣੇ, ਫਿਰ ਧਰਤੀਆਂ ਬਣੀਆਂ, ਫਿਰ ਧਰਤੀਆਂ ਦੇ ਉੱਪਰ ਪਾਣੀ ਹਵਾ ਬਣੀ, ਫਿਰ ਜੀਵਨ ਸ਼ੁਰੂ ਹੋਇਆ। ਉਹ ਮਤਲਬ ਗੁਰਬਾਣੀ 'ਚ ਦੀ ਹੈ ਵੀ ਹੈ, ਕਿਸੇ ਨਾ ਕਿਸੇ ਸ਼ਕਲ 'ਚ ਵਿਆਖਿਆ ਵੀ ਹੈ, ਉਹਦੇ 'ਚ ਪਰ ਨਹੀਂ ਬੋਲਦੇ, ਮੈਂ ਗਲਤ ਬੋਲ ਜਾਊਂਗਾ। ਤਾਂ ਉਹ ਕਿਸੇ ਨਾ ਕਿਸੇ ਸ਼ਕਲ 'ਚ ਸਾਚੇ ਤੇ ਪਵਨਾ ਹੈ, ਪਵਨੇ ਤੇ ਜਲ ਹੋਆ ਹੈ, ਪਵਨਾ ਤੇ ਜਲ ਹੋਆ ਰਾਮ, ਹਾਂ ਜਲ ਤੇ ਪਵਨ। ਤੋ ਇੱਕ ਕਿਸੇ ਨਾ ਕਿਸੇ ਸ਼ਕਲ 'ਚ ਗੁਰਬਾਣੀ 'ਚ ਜਿਹੜੀ ਹੈ ਇਹਦਾ ਜ਼ਿਕਰ ਆਉਂਦਾ। ਗੁਰੂ ਸਾਹਿਬ ਨੇ ਆਪਣੇ ਢੰਗ ਦੇ ਨਾਲ, ਆਪਣੀ ਚੇਤਨਾ ਦੇ ਹਿਸਾਬ ਨਾਲ ਉਹਦਾ ਜ਼ਿਕਰ ਕੀਤਾ। ਤੇ ਉਹ ਜਿਹੜਾ ਤਾਲਮੇਲ ਹੈ ਸੱਚੇ ਨਾਲ ਜੀ, ਤੇ ਸੱਚੇ ਦੇ ਰਾਹੀਂ ਪੈਦਾ ਕੀਤੀ ਕੁਦਰਤ ਦਾ ਆਪਸ 'ਚ ਤਾਲਮੇਲ ਹੈ, ਉਹ ਕਮਾਲ ਦਾ ਤਾਲਮੇਲ ਹੈ। ਆਸ਼ਾ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਇੱਕ ਵੀ ਗੱਲ ਨਵੀਂ ਸਮਝ ਆਉਂਦੀ ਹੈ ਤਾਂ ਤੁਹਾਡੇ ਲੂੰਗਣ ਖੜੇ ਹੋ ਜਾਂਦੇ ਵੀ ਕੀ ਬਾਤ ਹੈ। ਬਿਲਕੁਲ। ਉਹ ਪੁਰਾਣੀ ਗੱਲ ਦਾ ਬੰਦਾ ਸੋਚਣ ਦਾ ਆਦੀ ਹੋ ਜਾਂਦਾ, ਜਦੋਂ ਨਵੀਂ ਗੱਲ ਕੋਈ ਸਮਝ ਆਉਂਦੀ ਹੈ ਤਾਂ ਮਤਲਬ ਇੱਕਦਮ ਬੰਦੇ ਦਾ ਸਰੀਰ ਗਦਗਦ ਹੋ ਜਾਂਦਾ ਵੀ ਕੀ ਬਾਤ ਹੈ। ਤਾਂ ਇਸ ਕਿਸਮ ਦਾ ਜਿਹੜਾ ਸੱਚ ਹੈ, ਤੇ ਉਹਦੇ ਅੰਦਰ ਜਿਹੜੀ, ਕਿਉਂਕਿ ਅਸੀਂ ਜਦੋਂ ਉਪਜੇ ਤਾਂ ਅਸੀਂ ਨਾ ਸੂਖਸ਼ਮ ਜੀਵ, ਸਭ ਤੋਂ ਪਹਿਲਾਂ ਸੂਖਸ਼ਮ ਜੀਵ ਆਇਆ ਧਰਤੀ ਤੇ ਜੀ। ਵਾਇਰਸ ਸਭ ਤੋਂ ਛੋਟਾ ਸੂਖਸ਼ਮ ਜੀਵ ਹੈ, ਲੇਕਿਨ ਵਾਇਰਸ ਦੀ ਆਪਣੀ ਇੰਡੀਪੈਂਡੈਂਟ ਹੋਂਦ ਨਹੀਂ ਹੈ। ਵਾਇਰਸ ਕਿਸੇ ਨਾ ਕਿਸੇ ਸੈੱਲ ਨਾਲ ਜੁੜਿਆ ਹੁੰਦਾ। ਵਾਇਰਸ ਜਿਹੜਾ ਹੈ, ਵਾਇਰਸ ਜੀਵਨ ਤੇ ਨਾ ਜੀਵਨ 'ਚ ਇੱਕ ਲਿੰਕ ਹੈ, ਕੜੀ ਹੈ। ਜਦੋਂ ਕਿਸੇ ਸੈੱਲ ਦੇ ਅੰਦਰ ਹੈ, ਕਿਸੇ ਜੀਵਨ ਦੇ ਅੰਦਰ ਹੈ ਤਾਂ ਜਿਉਂਦਾ, ਜਦੋਂ ਬਾਹਰ ਹੈ ਤਾਂ ਮੁਰਦਾ। ਉਹਦੀ ਕੋਈ ਮੌਤ ਨਹੀਂ ਹੈ, ਉਹ ਹੈ ਹੀ ਮੁਰਦਾ। ਜਦੋਂ ਤੁਸੀਂ ਬਾਹਰ ਮੰਨ ਲਓ ਮੇਰੇ ਅੰਦਰ ਕਰੋਨਾ ਵਾਇਰਸ ਹੈ ਜਾਂ ਮੇਰੇ ਅੰਦਰ ਕੋਈ ਵੀ ਵਾਇਰਸ ਹੈ, ਜਦੋਂ ਮੈਂ ਬਾਹਰ ਥੁੱਕਤਾ ਉਹਨੂੰ, ਇਹ ਮਿੱਟੀ 'ਚ ਚਲੀ ਗਈ ਤਾਂ ਮਰੀ ਨਹੀਂ, ਉਹ ਹੈ ਹੀ ਮੁਰਦਾ ਸੀ। ਉਹਦਾ ਗੁਣ ਹੈ ਉਹਦੇ 'ਚ ਕਿ ਉਹ ਮੁਰਦਾ ਹੀ ਹੈ। ਉਹ ਕੁਝ ਦਿਨ ਜ਼ਰੂਰ ਰਹਿੰਦੀ ਹੈ, ਉਹਦੀ ਸਮਰੱਥਾ ਰਹਿੰਦੀ ਹੈ ਕਿ ਉਹ ਅਗਲੇ ਨਵੇਂ ਜੀਵ 'ਚ ਜਾ ਸਕਦੀ ਹੈ, ਲੇਕਿਨ ਜਦੋਂ ਸੁੱਕ ਜਾਂਦਾ, ਉਹਦਾ ਪਾਣੀ ਸੁੱਕ ਜਾਂਦਾ ਤਾਂ ਉਹ ਖਤਮ ਹੋ ਜਾਂਦੀ ਹੈ, ਫਿਰ ਉਹ ਮਰ ਜਾਂਦੀ ਹੈ, ਮਰੀ ਹੋਈ ਹੈ। ਜਦੋਂ ਅੰਦਰ ਜਾਂਦੀ ਹੈ ਤਾਂ ਉਹ ਜੀਵਤ ਹੋ ਜਾਂਦੀ ਹੈ। ਲੇਕਿਨ ਉਸ ਤੋਂ ਅਗਲਾ ਜਿਹੜੀ ਕੜੀ ਹੈ ਉਹ ਹੈਗੇ ਨੇ ਸੈੱਲ, ਜਿਹਨੂੰ ਆਪਾਂ ਬੈਕਟੀਰੀਆ ਕਹਿੰਦੇ ਹਾਂ। ਬੈਕਟੀਰੀਆ ਮੋਟਾ ਜਿਹਾ ਹੋਰ ਬਹੁਤ ਨੇ ਉਹਦੇ 'ਚ, ਲੇਕਿਨ ਉਹਦੇ 'ਚ ਡਿਟੇਲ 'ਚ ਨਹੀਂ ਜਾਂਦੇ, ਆਪਾਂ ਉਹਨੂੰ ਸਿੰਪਲ ਰੱਖਦੇ ਹਾਂ। ਬੈਕਟੀਰੀਆ ਦੀ ਆਜ਼ਾਦ ਹੋਂਦ ਹੈ, ਉਹ ਸੈੱਲ ਨੇ ਉਹਦੇ ਦੀ ਆਜ਼ਾਦ ਹੋਂਦ ਹੈ। ਉਹ ਇਕੱਲਾ ਸੈੱਲ ਜਿਹੜਾ ਆਪਣੇ ਆਪ 'ਚ ਇੱਕ ਇਕਾਈ ਹੈ, ਲੇਕਿਨ ਉਹ ਜਿਹੜਾ ਹੈ ਇਕਾਈ ਜ਼ਰੂਰ ਹੈ, ਲੇਕਿਨ ਉਹਦੇ 'ਚ ਮੌਤ ਨਹੀਂ ਹੈ। ਮੌਤ ਉਹਦੀ ਨਹੀਂ ਹੈ, ਉਹ ਵੀ ਅਮਰ ਹੈ, ਕਿਉਂਕਿ ਉਹ 1 ਤੋਂ 2, 2 ਤੋਂ 4, 4 ਤੋਂ 8 ਵੰਡਿਆ ਜਾਂਦਾ। ਮਰਦਾ ਨਹੀਂ ਹੈ, ਉਹਦੇ ਵਿੱਚ ਵੀ ਉਹ ਮੂਲ ਗੁਣ ਜਿਹੜਾ ਅਮਰ ਵਾਲਾ ਹੈ ਉਹ ਹੈਗਾ। ਤੇ ਉਹ ਬੈਕਟੀਰੀਆ ਨੇ ਜਿਹੜੇ ਕਿ ਕਰਦੇ ਆ, ਸਾਨੂੰ ਬਣਾਉਂਦੇ ਆ। ਤੇ ਉਹ ਸਾਡੇ ਸਰੀਰ 'ਚ ਕਿੰਨੇ ਆ? ਅੱਜ ਕਿੰਨੇ ਆ ਸਾਡੇ ਸਰੀਰ 'ਚ? ਅਸੀਂ ਨੇ 1 ਕਰੋੜ ਸੈੱਲ ਨੇ, ਤਾਂ ਉਸ ਤੋਂ 10 ਗੁਣਾ ਜ਼ਿਆਦਾ ਬੈਕਟੀਰੀਆ ਨੇ। 10 ਗੁਣਾ ਨਾਰਮਲੀ ਜੀ 10 ਗੁਣਾ ਜ਼ਿਆਦਾ, ਯਾਨੀ ਕਿ 10 ਕਰੋੜ ਉਹ 10 ਕਰੋੜ ਸੈੱਲ को कुदरत ने वैसे ਤਾਂ ਨਹੀਂ ਪਾ ਰੱਖੇ। ਕੁਦਰਤ 10 ਕਰੋੜ ਸੈੱਲਾਂ ਨੂੰ ਸਾਡੇ ਸਰੀਰ 'ਚ ਪਾ ਕੇ ਉਹਨਾਂ ਦੀ ਵੀ ਪਰਵਰਿਸ਼ ਕਰ ਰਹੀ ਹੈ, ਉਹਨਾਂ ਨੂੰ ਸਾਡੀ ਪਰਵਰਿਸ਼ ਕਰਨ ਲਈ ਵੀ ਬਸ ਵਰਤ ਰਹੀ ਹੈ। ਸਾਡਾ ਮੂਲ ਹੈ, ਜੋ ਸਾਡੀ ਕੁਦਰਤ ਹੈ, ਉਹ ਸਾਡੇ 10 ਕਰੋੜ ਬੈਕਟੀਰੀਆ ਨੂੰ ਸਾਡੇ ਸਰੀਰ 'ਚ ਪਾਇਆ ਉਹਨੇ, ਤਾਂ ਉਹ ਪਾ ਕੇ ਉਹਨਾਂ ਦੀ ਵੀ ਪਰਵਰਿਸ਼ ਕਰ ਰਹੀ ਹੈ। ਉਹ ਸਾਡੇ ਸਰੀਰ 'ਚ ਫੂਡ, ਜੋ ਅਸੀਂ ਫੂਡ ਖਾਂਦੇ ਹਾਂ ਉਹ ਸ਼ੇਅਰ ਕਰਦੇ ਆ, ਫੂਡ ਦਾ ਹਿੱਸਾ ਉਹ ਵੀ ਲੈਂਦੇ ਆ, ਲੇਕਿਨ ਉਹ ਸਾਡੇ ਤੋਂ ਮੁਫਤ ਫ੍ਰੀ 'ਚ ਨਹੀਂ ਲੈਂਦੇ। ਉਹ ਸਾਡੀ ਵਨ ਵੇ ਰਿਲੇਸ਼ਨਸ਼ਿਪ ਨਹੀਂ ਹੈ ਕਿ ਸਾਥੋਂ ਫੂਡ ਲੈਂਦੇ ਆ ਤੇ ਉਹ ਹੀ ਉੱਥੇ ਘਰ ਬਣਾ ਕੇ ਬੈਠੇ ਆ। ਉਹ ਸਾਨੂੰ ਆਪਣਾ ਮੋੜਦੇ ਆ, ਉਹ ਸਾਡੇ ਲਈ ਕੰਮ ਕਰਦੇ ਆ। ਕੰਮ ਕੀ ਕਰਦੇ ਆ? ਹਜ਼ਾਰਾਂ ਕੰਮ ਕਰਦੇ ਆ, ਇੱਕ ਨਹੀਂ ਹਜ਼ਾਰਾਂ ਕੰਮ ਕਰਦੇ ਆ। ਕੋਈ ਖਾਣੇ 'ਚ ਕੋਈ ਚੀਜ਼ ਨਹੀਂ ਹੈ ਜਿਹੜੀ ਸਾਡੇ ਸਰੀਰ ਨੂੰ ਚਾਹੀਦੀ, ਉਹ ਬਣਾ ਲੈਂਦੇ ਆ। B12 ਬਣਾਉਂਦੇ ਆ, ਨੋਨ ਹੈ ਸਾਇੰਸ ਨੂੰ। ਕਿੰਨੇ ਐਂਜ਼ਾਈਮਸ ਬਣਾਉਂਦੇ ਆ, ਕਿੰਨੇ ਹਾਰਮੋਨਸ ਬਣਾਉਂਦੇ ਆ, ਇਹ ਨੋਨ ਹੈ ਸਾਇੰਸ ਨੂੰ। ਫੂਡ ਨੂੰ ਹਜਮ ਕਰਦੇ ਆ, ਪੂਰਾ ਪਤਾ, ਵਿਗਿਆਨ ਨੂੰ ਪਤਾ ਕਿ ਫੂਡ ਨੂੰ ਹਜਮ ਕਰਦੇ ਆ। ਸਾਡੇ ਸਰੀਰ ਨੂੰ ਸਿਹਤਮੰਦ ਕਿਵੇਂ ਰੱਖਦੇ, ਹਜ਼ਾਰਾਂ ਤਰੀਕੇ ਜਿਹੜੇ ਵਿਗਿਆਨ ਨੂੰ ਅਜੇ ਕੁਝ ਵੀ ਸਮਝ ਨਹੀਂ ਆਏ। ਇਵਨ ਬੈਕਟੀਰੀਆ ਦੇ ਜਿਹੜੇ ਨੇ ਥੋੜੇ ਬਹੁਤੇ ਫੰਕਸ਼ਨ ਸਮਝ ਆਏ ਆ, ਔਰ ਰੋਜ਼ ਨਵੇਂ ਤੋਂ ਨਵੇਂ ਸਮਝ ਆ ਰਹੇ ਆ। ਵਾਇਰਸ ਬਾਰੇ ਦਾ ਬਹੁਤ ਹੀ ਥੋੜਾ ਪਤਾ ਹੈ। ਵਾਇਰਸ ਦਾ ਗਿਆਨ ਜਿਹੜਾ ਬਹੁਤ ਲੇਟ ਆਇਆ, ਕਿਉਂਕਿ ਵਾਇਰਸ ਬਹੁਤ ਛੋਟੀਆਂ ਨੇ। ਵਾਇਰਸ ਕਿੰਨੀਆਂ ਨੇ? ਉਸ ਤੋਂ ਵੀ 6 ਤੋਂ ਲੈ ਕੇ 100 ਗੁਣਾ ਜ਼ਿਆਦਾ, ਬੈਕਟੀਰੀਆ ਤੋਂ ਵੀ ਉਸ ਤੋਂ ਵੀ 6 ਤੋਂ ਲੈ ਕੇ 100 ਗੁਣਾ ਜ਼ਿਆਦਾ। ਤੇ ਉਹ ਜਿਹੜੇ ਵਾਇਰਸ ਨੇ ਉਹ ਵੀ ਇਸ ਸਾਰੇ ਸਿੰਬਾਇਓਸਿਸ, ਅੰਗਰੇਜ਼ੀ 'ਚ ਸ਼ਬਦ ਹੁੰਦਾ ਸਿੰਬਾਇਓਸਿਸ, ਯਾਨੀ ਕਿ
ਜਿਹਨੂੰ ਕਹਿੰਦੇ ਸਵੈ ਪਰਸਪਰ ਨਿਰਭਰਤਾ, ਯਾਨੀ ਕਿ ਇੱਕ ਦੂਜੇ ਤੇ ਨਿਰਭਰ ਨੇ, ਉਹ ਇੱਕ ਦੂਜੇ ਤੇ ਨਿਰਭਰ ਨੇ। ਵਨ ਵੇ ਟ੍ਰੈਫਿਕ ਨਹੀਂ ਹੈ, ਵਨ ਵੇ ਟ੍ਰੈਫਿਕ ਨਹੀਂ ਹੈ, ਉਹ ਕੋਈ ਪੈਰਾਸਾਈਟ ਨਹੀਂ ਹੈਗੇ, ਇਹ ਨਹੀਂ ਪਹੁੰਚਾਉਂਦੇ ਆ। ਉਹ ਸਾਡੇ ਨਾਲ ਉਹਦੀ ਰਿਸ਼ਤੇਦਾਰੀ ਜਿਹੜੀ ਹੈ ਉਹ ਬਹੁਤ ਪਰਸਪਰ, ਜਿਹਨੂੰ ਕਹਿੰਦੇ ਆ ਹੋਂਦ ਵਾਲੀ ਹੈ, ਪਰਸਪਰ ਫਾਇਦੇ ਵਾਲੀ ਹੈ, ਕਿ ਸਾਥੋਂ ਫੂਡ ਲੈਂਦੇ ਆ, ਸਾਡਾ ਖਾਦਾ ਫੂਡ ਲੈਂਦੇ ਆ, ਵਰਤਦੇ ਆ, ਮਲਟੀਪਲਾਈ ਕਰਦੇ ਆ, ਜਿਉਂਦੇ ਰਹਿੰਦੇ ਆ, ਤੇ ਉਹ ਸਾਨੂੰ ਉਹਦਾ ਲਾਭ ਦਿੰਦੇ ਰਹਿੰਦੇ ਆ। ਹੁਣ ਇਹ ਤਿੰਨੇ ਸਟੇਜਸ ਨੇ, ਵਾਇਰਸ, ਬੈਕਟੀਰੀਆ ਤੇ ਸਾਡੇ ਸੈੱਲ, ਇਹ ਇਕੱਠੇ ਕੰਮ ਕਰਦੇ ਆ ਜੀ, ਇਕੱਠੇ ਕੰਮ ਕਰਦੇ ਆ। ਉਹ 'ਚ ਆਪਾਂ ਕੁਛ ਉਦਾਹਰਨਾਂ ਲਵਾਂਗੇ, ਕਿਉਂਕਿ ਕੁਛ ਗੱਲਾਂ, ਬਹੁਤੀਆਂ ਗੱਲਾਂ ਤਾਂ ਸਾਇੰਸ ਨੂੰ ਵੀ ਸਮਝ ਨਹੀਂ ਆਈਆਂ, ਕੁਛ ਮੈਂ ਨਹੀਂ ਪੜ੍ਹੀਆਂ ਹੋਣੀਆਂ, ਜਿਹੜੀਆਂ ਸਮਝ ਆਈਆਂ ਮੈਂ ਵੀ ਸਾਰੀਆਂ ਪੜ੍ਹੀਆਂ ਹੋਣੀਆਂ, ਤਾਂ ਉਹ ਤੋਂ ਕੁਛ ਅੱਗੇ ਦੱਸਣ 'ਚ ਦਿੱਕਤ ਆਏਗੀ। ਤਾਂ ਆਪਾਂ ਕੁਛ ਉਦਾਹਰਨਾਂ ਲਈ ਗੱਲ ਕਰਦੇ ਹਾਂ, ਤਾਂ ਕਿ ਆਪਾਂ ਨੂੰ ਥੋੜਾ ਜਿਹਾ ਆਈਡੀਆ ਹੋ ਜਾਏਗਾ ਕਿ ਕਿੱਦਾਂ ਦੇ ਕੰਮ ਕਰਦੇ ਆ। ਦੱਸੋ, ਸਾਡੇ ਵਾਸਤੇ ਤਾਂ ਉਨੀਆਂ ਵੀ ਸਫੀਸ਼ੀਐਂਟ ਹੋਣਗੀਆਂ ਜੀ। ਹਾਂ, ਨਹੀਂ, ਗੱਲ ਸ਼ੁਰੂ ਕਰਨੀ ਬਹੁਤ ਵਧੀਆ ਨੇ, ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜਾ ਝੂਠ ਹੈ, ਕੂੜ ਬਹੁਤ, ਜਿੰਨਾ ਹੋਵੇ, ਜਿਹਨੂੰ ਕਹਿੰਦੇ ਪੰਜਾਬੀ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ। ਬਿਲਕੁਲ, ਝੂਠ ਨੂੰ ਗਰਾਉਣ ਵਾਸਤੇ ਛੋਟਾ ਬਹੁਤ ਹੁੰਦਾ, ਆਪਾਂ ਝੂਠ ਤੋਂ ਡਰੀਏ ਨਾ। ਬਹੁਤ ਵੱਡੇ ਝੂਠ ਨੂੰ ਵੀ, ਪਹਾੜ ਜਿਹੜੇ ਝੂਠ ਨੂੰ ਗਰਾਉਣ ਲਈ ਵੀ ਛੋਟਾ ਜਿਹਾ ਸੱਚ ਵੀ ਉਹਨੂੰ ਗਰਾ ਲੈਂਦਾ, ਕਿਉਂਕਿ ਸੱਚ ਦੀ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ, ਸੱਚ ਦੀ ਪਾਵਰ ਬਹੁਤ ਜ਼ਿਆਦਾ ਹੁੰਦੀ, ਬੜਾ ਪਾਵਰਫੁਲ ਹੁੰਦਾ ਸੱਚ। ਬਿਲਕੁਲ, ਗੁਰੂ ਨਾਨਕ ਸਾਹਿਬ ਕੋਲ ਕਿਹੜੇ ਮੈਥਡ ਸੀਗੇ ਤੇ ਕੀ ਉਹਨਾਂ ਕੋਲ ਸੀ? ਕੀ ਇੱਕ ਫਕੀਰ ਬੰਦਾ ਦੋ ਸਾਥੀ ਨਾਲ ਲੈ ਕੇ ਤੁਰ ਪਿਆ ਜੀ, ਤਾਂ ਉਹਨੇ ਦੁਨੀਆ ਲਾਤੀ ਨਾ। ਬਿਲਕੁਲ ਜੀ, ਕਿਉਂਕਿ ਸੱਚ ਤੇ ਪਹਿਰਾ ਦਿੱਤਾ ਤੇ ਝੂਠ ਦੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਿੱਥੇ ਵੀ ਗਿਆ ਉਹਨੇ, ਉਹਦੇ ਆਪਾਂ ਜੇ ਸਾਰੀਆਂ, ਜਿਹਨੂੰ ਕਹਿੰਦੇ ਆ, ਜਿਹੜੀਆਂ ਉਦਾਸੀਆਂ ਨੇ, ਉਹਦਾ ਨਿਚੋੜ ਕੱਢੀਏ ਕਿ ਗੁਰੂ ਸਾਹਿਬ ਨੇ ਕੀ ਕੀਤਾ, ਤਾਂ ਸੱਚ ਤੇ ਪਹਿਰਾ, ਸੱਚ ਨੂੰ ਜਾਣਿਆ, ਸੱਚ ਦੇ ਆਧਾਰ ਤੇ ਸੰਵਾਦ ਕੀਤਾ, ਸੱਚ ਦੇ ਉੱਪਰ ਪਹਿਰਾ ਦਿੱਤਾ ਤੇ ਝੂਠ ਨੂੰ ਤੋੜਿਆ। ਜਿੰਨੀਆਂ ਸਾਖੀਆਂ ਬਣੀਆਂ ਹੋਈਆਂ ਸਾਰੀਆਂ ਕਿਤੇ ਨਾ ਕਿਤੇ ਤੁਸੀਂ ਦੇਖੋ ਇਸ ਗੱਲ ਤੇ ਖੜੀਆਂ ਹੋਣਗੀਆਂ। ਮੋਟਾ ਜਿਹਾ ਅਗਰ ਆਪਾਂ ਗੁਰੂ ਸਾਹਿਬ ਦੀ ਜ਼ਿੰਦਗੀ ਨੂੰ ਸਮ ਅਪ ਕਰੀਏ ਕੁਛ ਲਾਈਨਾਂ 'ਚ, ਤਾਂ ਉਹ ਇੱਥੇ ਆਪਾਂ ਸਮ ਅਪ ਕਰ ਸਕਦੇ ਹਾਂ ਕਿ ਉਹਨਾਂ ਨੇ ਸੱਚ ਨੂੰ ਜਾਣਿਆ, ਸੱਚ ਨੂੰ ਫਿਰ ਕਹਿਣ ਦੀ ਕੋਸ਼ਿਸ਼ ਕੀਤੀ, ਸੰਵਾਦ ਨਾਲ ਸਿੱਖਣ ਦੀ ਵੀ ਕੋਸ਼ਿਸ਼ ਕੀਤੀ, ਫਿਰ ਉਸ ਸਿੱਖੇ ਸੱਚ ਨੂੰ ਤੇ ਕਹੇ ਸੱਚ ਦੇ ਸਿਰ ਤੇ ਝੂਠ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਔਰ ਉਹਦੇ ਅੰਦਰ, ਸਮਾਜ ਦੇ ਅੰਦਰ ਇੱਕ ਨਵਾਂ ਵਿਚਾਰ ਦਿੱਤਾ, ਜਿਹੜਾ ਵਿਚਾਰ ਅੱਜ ਤੱਕ ਵੀ 500 ਸਾਲ ਲੰਘ ਗਏ, ਅੱਜ ਵੀ ਉਹ ਕਮਜ਼ੋਰ ਨਹੀਂ ਹੋਇਆ, ਉਲਟਾ ਮਜ਼ਬੂਤ ਹੋ ਰਿਹਾ। ਅੱਜ ਦੁਨੀਆ ਦੇ ਬਾਕੀ ਦੇਸ਼ ਵੀ ਜਿਹੜੇ ਸਿੱਖ ਜਿਹਨੂੰ ਬਾਹਰੀ ਰੂਪ ਦੇ ਉੱਤੇ ਨਹੀਂ ਵੀ ਮੰਨਦੇ, ਤਾਂ ਉਹ ਗੁਰੂ ਨਾਨਕ ਸਾਹਿਬ ਨੂੰ ਨਤਮਸਤਕ ਹੁੰਦੇ ਆ। ਉਹ ਆਪਾਂ ਰੋਜ਼ ਪੜ੍ਹਦੇ ਹਾਂ ਅਖਬਾਰਾਂ ਦੇ ਅੰਦਰ ਕਿ ਕਿਸ ਢੰਗ ਦੇ ਨਾਲ ਜਿਹੜੇ ਈਵਨ ਅੰਗਰੇਜ਼ ਨੇ, ਈਸਾਈ ਨੇ, ਅਦਰ ਧਰਮਾਂ ਦੇ ਲੋਕ ਨੇ, ਮੁਸਲਮਾਨ ਤਾਂ ਚਲੋ ਸਾਡੇ ਬਹੁਤ ਨੇੜੇ ਨੇ, ਪਾਕਿਸਤਾਨ ਦੇ ਵਿੱਚ ਕਿਸ ਢੰਗ ਨਾਲ ਸ਼ਰਧਾਲੂ ਨੇ, ਤੇ ਉਹ ਜਿਹੜੇ ਬਾਹਰੀ ਰੂਪ ਸਿੱਖੀ ਦਾ ਨਹੀਂ ਵੀ ਮੰਨਦੇ, ਪ੍ਰਵਾਨ ਕਰਦੇ, ਉਹ ਵੀ ਜਿਹੜੀ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ, ਵਿਚਾਰ ਹੈ, ਉਹਨਾਂ ਦੀ ਬਾਣੀ ਹੈ, ਉਹਨੂੰ ਨਤਮਸਤਕ ਹੁੰਦੇ ਆ, ਔਰ ਉਹਨੂੰ ਉਹ ਤੋਂ ਸਿੱਖਦੇ ਆ, ਔਰ ਆਪਣੇ ਜੀਵਨ ਨੂੰ ਉਹਦੇ ਜਿਹਨੂੰ ਕਹਿੰਦੇ ਆ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ, ਤਾਂ ਆਪਾਂ ਗੱਲ ਕਰ ਰਹੇ ਸੀ ਕਿ ਕਿਸ ਢੰਗ ਦੇ ਨਾਲ ਜਿਹੜੇ ਨੇ ਇਹ ਵਾਇਰਸ, ਬੈਕਟੀਰੀਆ, ਔਰ ਵਾਇਰਸ ਕਿੰਨੀਆਂ ਛੋਟੀਆਂ ਨੇ ਕਿ ਲੱਖਾਂ ਵਾਇਰਸ ਇੱਕ ਬੈਕਟੀਰੀਆ 'ਚ ਆ ਜਾਂਦੀਆਂ ਨੇ। ਇੱਕ ਬੈਕਟੀਰੀਆ 'ਚ ਲੱਖਾਂ ਵਾਇਰਸ ਆ ਸਕਦੇ ਆ। ਇੰਨਾ ਛੋਟਾ ਬੈਕਟੀਰੀਆ, ਕਿੰਨਾ ਛੋਟਾ ਹੈ? ਜੇ ਬੈਕਟੀਰੀਆ ਨੂੰ 300 ਗੁਣਾ ਤੁਸੀਂ ਵੱਡਾ ਕਰਕੇ ਦੇਖੋ ਤਾਂ ਦਿਖਦਾ ਹੈ, 300 ਗੁਣਾ। 300 ਗੁਣਾ ਜੇ ਵੱਡਾ ਕਰਕੇ ਦੇਖੀਏ ਤੇ ਬੈਕਟੀਰੀਆ ਦਿਸਦਾ, ਤੇ ਇੱਕ ਬੈਕਟੀਰੀਆ ਦੇ ਵਿੱਚ ਲੱਖਾਂ ਵਾਇਰਸ ਜਿਹੜੇ ਨੇ ਉਹ ਸਮਾ ਜਾਂਦੇ ਨੇ। ਔਰ ਵਾਇਰਸ ਨੂੰ 30,000 ਗੁਣਾ ਵੱਡਾ ਕਰਕੇ ਦੇਖੀਏ ਤਾਂ ਦਿਖਦੀ ਹੈ ਉਹਦੀ ਜੀ, ਯਾਨੀ ਕਿ ਕਿੰਨੇ ਗੁਣਾ ਹੋਗੀ? 300 ਤੇ 30,000, 10,000 ਗੁਣਾ, ਸ਼ਾਇਦ ਕਿੰਨਾ, 1000 ਗੁਣਾ। ਹਾਂਜੀ, 30,000 ਤੇ 100 ਦਾ ਕਿੰਨਾ, 300 ਦਾ ਕਿੰਨਾ ਬਣਿਆ ਫਰਕ? ਕਰੀਬਨ 90,000 ਗੁਣਾ ਹੋ ਗਿਆ ਜੀ, 90,000 ਗੁਣਾ ਹੋ ਗਿਆ ਜੀ। 90,000 ਜਿਨ੍ਹਾਂ ਮਤਲਬ ਬਹੁਤ ਛੋਟੀਆਂ ਹੁੰਦੀਆਂ ਨੇ ਵਾਇਰਸ, ਬਹੁਤ ਛੋਟੀਆਂ ਹੁੰਦੀਆਂ ਨੇ। 90,000 ਕਾਹਨੂੰ ਜੀ, 9 ਲੱਖ ਗੁਣਾ ਹੋ ਗਿਆ ਜੀ। ਹਾਂ, ਤਾਂ ਬਹੁਤ ਛੋਟੀਆਂ ਹੁੰਦੀਆਂ ਨੇ ਵਾਇਰਸ, ਕਿੰਨੀਆਂ ਲੱਖਾਂ ਵਾਇਰਸ ਜਿਹੜੀਆਂ ਨੇ ਇੱਕ ਸੈੱਲ 'ਚ ਆ ਜਾਂਦੀਆਂ ਨੇ ਪੂਰੀਆਂ। ਔਰ ਇੱਥੇ ਮੈਂ ਵੀ ਦੱਸਦਾ, ਜਿਹੜਾ 1 ਕਰੋੜ ਸੈੱਲ ਹੈ ਸਾਡਾ, ਕੱਲਾ ਸੈੱਲ ਜਿਹੜਾ 1 ਕਰੋੜ ਐਟਮ ਦਾ ਬਣਿਆ ਹੋਇਆ। ਜਿਹਨੂੰ ਐਟਮ ਕਹਿੰਦੇ ਆਪਾਂ, 1 ਕਰੋੜ ਸੈੱਲ 1 ਕਰੋੜ ਐਟਮ ਦਾ ਬਣਿਆ ਹੋਇਆ, ਜਿਹੜੀ ਕਿ ਪਦਾਰਥ ਦਾ ਜਿਹੜਾ ਸਭ ਤੋਂ ਸੂਖਸ਼ਮ ਰੂਪ ਉਹਨੂੰ ਐਟਮ ਕਹਿੰਦੇ ਆ ਜੀ। ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ, ਜਿਹੜਾ ਸਭ ਤੋਂ ਛੋਟਾ ਰੂਪ ਹੈ, ਜਿਹੜਾ ਇਕਾਈ ਦੇ ਤੌਰ ਤੇ ਹੈ, ਉਹ ਉਸ ਤੋਂ ਬਾਅਦ ਫਿਰ ਊਰਜਾ ਦੀ ਸ਼ਕਲ ਚਲਾ ਜਾਂਦਾ। ਜਿਹੜੇ ਸਬ ਐਟੋਮਿਕ ਪਾਰਟੀਕਲਸ ਨੇ ਉਹ ਫਿਰ ਪਦਾਰਥ ਨਹੀਂ ਰਹਿੰਦੇ, ਊਰਜਾ ਦੀ ਸ਼ਕਲ ਲੈ ਜਾਂਦੇ ਆ। ਤਾਂ ਜਿਹੜਾ ਪਦਾਰਥ ਦੀ ਸਭ ਤੋਂ ਛੋਟੀ ਸ਼ਕਲ ਹੈ ਜਿਹੜੀ ਵਿਗਿਆਨ ਨੇ ਅਜੇ ਤੱਕ ਕੀਤੀ ਹੈ, ਉਹ ਹੈ ਐਟਮ।
1 ਕਰੋੜ ਐਟਮ ਦਾ ਇੱਕ ਸੈੱਲ ਬਣਦਾ ਜੀ। 1 ਕਰੋੜ ਸੈੱਲ ਦੇ ਅਸੀਂ ਬਣੇ ਹੋਏ ਆ। ਹਿਸਾਬ ਲਾ ਲਓ ਕਿੱਥੇ ਗਈ ਗੱਲ। ਤਾਂ ਕੁਦਰਤ ਜਿਹੜੀ ਹੈ ਉਹ ਵਾਹੋ ਹੈ ਬਸ। ਉਹਦਾ ਜਿਹੜਾ ਜਿਹਨੂੰ ਕਹਿੰਦੇ ਥੋੜਾ ਜਿਹਾ ਝਲਕ ਲੈ ਕੇ ਹੀ ਬੰਦੇ ਨੂੰ ਦਿਸ਼ਾ ਲੈ ਲੈਣੀ ਚਾਹੀਦੀ ਹੈ। ਉਹਦੇ 'ਚ ਕੋਈ ਜ਼ਰੂਰੀ ਨਹੀਂ ਆਪਾਂ ਨੂੰ ਸਾਰੀ ਸਮਝ ਆਊਗੀ ਤਾਂ ਹੀ ਆਪਾਂ ਦਿਸ਼ਾ ਲੈ ਸਕਦੇ ਹਾਂ। ਦਿਸ਼ਾ ਲੈਣ ਲਈ ਤੁਹਾਨੂੰ ਇੱਕ ਇਸ਼ਾਰਾ ਹੀ ਕਾਫੀ ਹੁੰਦਾ। ਬਿਲਕੁਲ। ਉਸ ਇਸ਼ਾਰੇ ਵੱਲ ਆਪਾਂ ਵਧਦੇ ਹਾਂ ਕਿ ਇਹ ਜਿਹੜਾ ਕੁਦਰਤ ਦਾ ਜਿਹੜਾ ਸਿਸਟਮ ਹੈ ਉਹਦੇ 'ਚ ਕੰਮ ਕੀ ਕਰਦੇ ਨੇ। ਇਹ ਇੱਕ ਇਕਾਈ ਦੇ ਤੌਰ ਤੇ ਕੰਮ ਕਰਦੇ ਆ। ਵਾਇਰਸ, ਬੈਕਟੀਰੀਆ ਤੇ ਸੈੱਲ। ਹੁਣ ਇਕਾਈ ਦੇ ਵਿੱਚ ਦਿਸ਼ਾ ਹੈ, ਦਿਸ਼ਾਹੀਨ ਨਹੀਂ ਹੈ। ਜੋ ਕੰਮ ਕਰਦੇ ਨੇ ਦਿਸ਼ਾ ਕੌਣ ਦੇ ਰਿਹਾ ਉਹਨੂੰ? ਮੂਲ ਦਿਸ਼ਾ ਦੇ ਰਿਹਾ। ਜਿਸ ਜਿਹੜਾ ਮੂਲ ਰੂਪ ਲੈ ਰਿਹਾ ਹੈ, ਮਤਲਬ ਮਨੁੱਖ ਦਾ ਰੂਪ ਲਿਆ ਮੂਲ ਨੇ, ਤਾਂ ਮੂਲ ਉਹਨੂੰ ਦਿਸ਼ਾ ਦੇ ਰਿਹਾ ਕਿ ਤੁਸੀਂ ਕਿਵੇਂ ਇਸ ਪ੍ਰਾਣੀ ਨੂੰ, ਜਿਸ ਪ੍ਰਾਣੀ ਨੂੰ ਮੂਲ ਦਾ ਰੂਪ ਹੈ, ਜੋ ਪ੍ਰਾਣੀ ਜਿਹਨੂੰ ਉਹਨੇ 125 ਸਾਲ ਲਈ, ਜਿਵੇਂ ਵਿਗਿਆਨ ਕਹਿੰਦੇ ਕਿ ਅੱਜ ਦੇ ਹਾਲਤਾਂ ਤੇ ਵੀ 125 ਸਾਲ ਲਈ ਸਰੀਰ ਬੜੇ ਆਰਾਮ ਨਾਲ ਕੰਮ ਕਰ ਸਕਦਾ। ਤਾਂ ਉਹ ਕੁਦਰਤ ਜਾਂ ਮੂਲ ਜਿਹੜਾ ਹੈ ਉਹ 125 ਸਾਲ ਦੇ ਹਿਸਾਬ ਨਾਲ ਕਰਕੇ ਤਾਂ ਉਹ ਵਾਇਰਸ ਨੇ ਜਾਂ ਬੈਕਟੀਰੀਆ ਨੇ ਉਹਨਾਂ ਦਾ ਤਾਲਮੇਲ ਬਿਠਾਉਂਦਾ ਤਾਂ ਕਿ ਇਹ ਪ੍ਰਾਣੀ 125 ਸਾਲ ਤੱਕ ਜਿਸ ਸ਼ਕਲ 'ਚ ਬਣਾਇਆ ਗਿਆ ਉਸ ਸ਼ਕਲ ਚੱਲਦਾ ਰਹੇ ਜੀ। ਤਾਂ ਉਹਦੇ ਅੰਦਰ ਜਿਹੜਾ ਉਹਦਾ ਕੰਮਕਾਰ ਹੈ ਉਹ ਕੰਮਕਾਰ ਕੋਈ ਦਿਸ਼ਾਹੀਨ ਨਹੀਂ ਹੈ। ਦਿਸ਼ਾਹੀਨ ਹੋਵੇ ਤਾਂ ਫਿਰ ਤਾਂ ਹੋਂਦ ਹੀ ਨਹੀਂ ਹੋ ਸਕਦੀ। ਇਹਦੇ ਅੰਦਰ ਦਿਸ਼ਾ ਹੈ। ਦਿਸ਼ਾ ਕੌਣ ਦੇ ਰਿਹਾ? ਜਿਹਨੂੰ ਆਪਾਂ ਕਿਹਾ ਸੀ ਕਿ ਵਿਗਿਆਨ ਨੇ ਮੰਨ ਲਿਆ ਕਿ ਉਹ ਮੂਲ ਜਿਹੜਾ ਹੈ ਉਹ ਚੇਤਨ ਹੈ। ਪਹਿਲਾਂ ਬ੍ਰਹਿਮੰਡ ਕਹਿੰਦੇ ਸੀ, ਪਹਿਲਾਂ ਬ੍ਰਹਿਮੰਡ ਬਾਰੇ ਵਿਗਿਆਨ ਚੁੱਪ ਸੀਗਾ ਤੇ ਬ੍ਰਹਿਮੰਡ ਨੂੰ ਆਮ ਤੌਰ ਤੇ ਜਿਵੇਂ ਇਹ ਪੁੱਟ ਕੀਤਾ ਜਾਂਦਾ ਸੀ ਜਿਵੇਂ ਕਿ ਡੈਡ ਊਰਜਾ ਦਾ ਫੀਲਡ ਹੈ, ਬਹੁਤ ਅੰਤਹੀਨ ਫੀਲਡ ਹੈ ਮੁਰਦਾ ਊਰਜਾ ਦਾ ਜੀ। ਕੱਲ ਨੂੰ ਵਿਗਿਆਨ ਨੇ ਮੰਨ ਲਿਆ ਖੁਦਾ ਕੇ ਕਿ ਉਹ ਮੁਰਦਾ ਨਹੀਂ ਹੈ, ਉਹ ਚੇਤਨ ਹੈ। ਚੇਤਨ ਦਾ ਮਤਲਬ ਕੀ ਹੈ ਕਿ ਆਪਣੇ ਬਣਾਏ ਹੋਏ ਨਿਯਮਾਂ ਤੇ ਚੱਲਦਾ ਤੇ ਆਪਣੇ ਬਣਾਏ ਹੋਏ ਨਿਯਮਾਂ ਤੇ ਆਪਣੇ ਬਾਕੀ ਸਾਰੇ ਰੂਪਾਂ ਨੂੰ ਵੀ ਚਲਾਉਂਦਾ। ਉਹ ਨਿਯਮ ਤੇ ਸਿਰਫ ਆਪਣੇ ਵਾਸਤੇ ਨਹੀਂ ਹੈ, ਇਕੱਲੇ ਬ੍ਰਹਿਮੰਡ ਵਾਸਤੇ ਨਹੀਂ ਹੈ, ਕਿਉਂਕਿ ਉਸੇ ਤੋਂ ਅਸੀਂ ਉਪਜੇ ਹਾਂ, ਉਸੇ ਦੀ ਅੱਗੇ ਦੀ ਅੱਗੇ ਸ਼ਕਲਾਂ ਅਸੀਂ। ਉਹਦੇ ਅੰਦਰ ਸਾਰੀ ਦਿਸ਼ਾ ਦਿੱਤੀ ਹੋਈ ਹੈ ਔਰ ਅੱਗੇ ਦੇ ਅੱਗੇ ਉਹਨੂੰ ਜੋੜਿਆ ਹੋਇਆ ਆਪਸ 'ਚ, ਹਰ ਚੀਜ਼ ਜੁੜੀ ਹੋਈ ਹੈ। ਜਿਹੜੇ ਮੂਲ ਪਰਮਾਤਮਾ ਖੁਦ ਅੱਡ ਸ਼ਕਲਾਂ ਦੇ ਰਾਹੀਂ, ਕੁਦਰਤ ਦੇ ਅਲੱਗ-ਅਲੱਗ ਰੂਪਾਂ ਦੇ ਰਾਹੀਂ ਹਰ ਰੂਪ ਨਾਲ ਜੁੜਿਆ ਹੋਇਆ ਕਿਉਂਕਿ ਉਹਦਾ ਰੂਪ ਹੈ। ਜੁੜੇ ਹੋਏ ਤਾਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਬਿਲਕੁਲ ਜੁੜਾਓ ਹੈ ਉਹਦੇ ਅੰਦਰ ਇਹ ਸੂਖਸ਼ਮ ਜੀਵ ਨੂੰ ਉਹਨਾਂ ਨੇ ਬਹੁਤ ਜਿਹਨੂੰ ਕਹਿੰਦੇ ਆਧਾਰ ਦਾ ਰੋਲ ਦਿੱਤਾ, ਬੇਸਿਕ ਰੋਲ, ਜਿਹਨੂੰ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ। ਕਿਹੜੇ ਰੋਲ ਨੇ? ਬ੍ਰਹਮਾ ਦਾ ਰੋਲ, ਵਿਸ਼ਨੂੰ ਦਾ ਰੋਲ ਤੇ ਸ਼ਿਵ ਦਾ ਰੋਲ। ਹੁਣ ਇੱਥੇ ਬ੍ਰਹਮਾ, ਵਿਸ਼ਨੂੰ, ਸ਼ਿਵ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਆਪਾਂ ਸਪਸ਼ਟ ਕਰ ਲਈਏ ਕਿ ਸਾਡੇ ਜਿੰਨੇ ਸੈੱਲ ਨੇ, 1 ਕਰੋੜ ਸੈੱਲ ਨੇ, ਇਹ ਕੋਈ ਪਰਮਾਨੈਂਟ ਜਿਹੜੇ ਬੱਚੇ 'ਚ ਬਣ ਜਾਂਦੇ ਉਹੀ ਨਹੀਂ ਰਹਿੰਦੇ ਜੀ। ਇਹ ਸੈੱਲ ਲਗਾਤਾਰ ਬਦਲਦੇ ਰਹਿੰਦੇ ਆ। ਪੁਰਾਣੇ ਸੈੱਲ ਮਰਦੇ ਰਹਿੰਦੇ ਆ, ਨਵੇਂ ਸੈੱਲ ਬਣਦੇ ਰਹਿੰਦੇ ਆ। ਇਹ ਗੱਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤਾਂ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਰੋਲ ਸਮਝਾਏਗਾ। ਕਿਉਂਕਿ ਜੋ ਸਰੀਰ 'ਚ ਲਗਾਤਾਰ ਨਵੇਂ ਸੈੱਲ ਜਨਮ ਰਹੇ ਆ, ਉਹ ਪਲ ਰਹੇ ਆ, ਫਿਰ ਉਹ ਮਰ ਰਹੇ ਆ, ਫਿਰ ਉਹਦੀ ਸਫਾਈ ਵੀ ਹੋ ਰਹੀ ਹੈ। ਉਹ ਮੁਰਦਾ ਜੋ ਲਾਸ਼ਾਂ ਉਹਨਾਂ ਦੀ ਸੈੱਲਾਂ ਦੀ ਹੋ ਗਈਆਂ, ਆਪਾਂ ਲਾਸ਼ਾਂ ਕਹਿ ਲਈਏ, ਜਿਵੇਂ ਮੁਰਦਾ ਸੈੱਲ ਨੇ, ਫਿਰ ਉਹਨਾਂ ਨੂੰ ਕਿਸੇ ਬਿਲੇ ਵੀ ਤਾਂ ਲਾਉਣਾ। ਉਹ ਸੈੱਲ ਕਿਵੇਂ ਬਿਲੇ ਲਾਉਂਦੇ ਆ? ਇਹ ਸਾਰੇ ਕੀਟਾਣੂ ਵੀ ਨਾਲ ਜਾਂਦੇ ਆ, ਉਹ ਵੀ ਰਲ ਜਾਂਦੇ ਆ, ਤੇ ਕਿਵੇਂ ਉਹ ਸਾਰਾ ਕੰਮ ਕਰਦੇ ਆ। ਤੇ ਉਹ ਜਿਹੜੇ ਸੈੱਲ ਨੇ ਉਹ ਅਲੱਗ-ਅਲੱਗ ਅੰਗਾਂ ਦੇ ਸੈੱਲ ਅਲੱਗ-ਅਲੱਗ ਉਮਰ ਹੋ ਕੇ ਬਦਲ ਜਾਂਦੇ ਆ। ਜਿਵੇਂ ਸਭ ਤੋਂ ਤੇਜ਼ੀ ਨਾਲ ਬਦਲਦੇ ਸਾਡੇ ਮੂੰਹ ਦੇ ਅੰਦਰਲੇ ਮੂੰਹ ਦੇ ਅੰਦਰ ਸੈੱਲ ਨੇ, ਸਭ ਤੋਂ ਤੇਜ਼ੀ ਨਾਲ ਬਦਲਦੇ ਆ। ਤੁਸੀਂ ਦੇਖਿਆ ਹੋਣਾ ਕਿ ਮੂੰਹ ਦੇ ਅੰਦਰ ਅਗਰ ਕੋਈ ਚੋਟ ਲੱਗ ਜੇ ਜਾਂ ਗਰਮ ਖਾਣਾ ਖਾ ਕੇ ਛਾਲਾ ਪੈ ਜੇ ਤਾਂ ਉਹਨੂੰ ਠੀਕ ਕਰਨ ਦੀ ਜ਼ਰੂਰਤ ਪੈਂਦੀ ਹੈ? ਦਵਾਈ ਦੀ ਲੋੜ ਨਹੀਂ ਪੈਂਦੀ। ਤੁਸੀਂ ਮੂੰਹ ਤੁਹਾਡੇ ਛਾਲਾ ਹੋ ਗਿਆ, ਕੋਈ ਗਰਮ ਚੀਜ਼ ਖਾ ਲਈ ਤੁਸੀਂ, ਮੰਨ ਲਓ, ਬਿਮਾਰੀ ਵਾਲੇ ਛਾਲੇ ਨੂੰ ਛੱਡ ਦਿਓ, ਕਿਉਂਕਿ ਬਿਮਾਰੀ ਵਾਲਾ ਤਾਂ ਕਾਜ਼ ਆਪਰੇਟ ਕਰ ਰਿਹਾ ਹੁੰਦਾ ਨਾ ਨਾਲ ਦੀ ਨਾਲ। ਜਿਹੜਾ ਤੁਹਾਡੇ ਗਰਮ ਖਾਣੇ ਨਾਲ ਤੁਹਾਡੇ ਮੂੰਹ 'ਚ ਮੰਨ ਲਓ ਛਾਲਾ ਹੋ ਗਿਆ ਤਾਂ ਉਹ ਅਗਲੇ ਦਿਨ ਤੱਕ ਗਾਇਬ ਹੋ ਜਾਂਦਾ। ਕਿਉਂਕਿ ਜਿਹੜੇ ਮੁਰਦਾ ਸੈੱਲ ਹੁੰਦੇ ਆ ਉਹ ਉਤਰ ਜਾਂਦੇ ਆ ਤੇ ਨਵੇਂ ਸੈੱਲ ਵੀ ਥਾਂ ਤੇ ਆ ਜਾਂਦੇ ਆ। ਇਸ ਕਰਕੇ ਸਭ ਤੋਂ ਤੇਜ਼ੀ ਨਾਲ ਜਿਹੜੇ ਸੈੱਲ ਬਦਲਦੇ ਆ ਮੂੰਹ ਦੇ ਅੰਦਰਲੀ ਲਾਈਨਿੰਗ ਦੇ। ਉਸ ਤੋਂ ਬਾਅਦ ਤੇਜ਼ੀ ਨਾਲ ਸੈੱਲ ਉਹ ਬਦਲਦੇ ਆ ਜਿੱਥੇ ਕਿ ਕੁਦਰਤ ਸਾਡੇ ਸੈੱਲ ਬਾਹਰਲੇ ਕਿਸੇ ਰੂਪ ਦੇ ਤਾਲਮੇਲ 'ਚ ਆ ਰਹੇ ਆ, ਕਿਉਂਕਿ ਉੱਥੇ ਵੀ ਉਹਨਾਂ ਨੂੰ ਲਗਾਤਾਰ ਕੋਈ ਨਾ ਕੋਈ ਮਾੜੀ ਚੀਜ਼ ਨਾਲ ਵਾਹ ਪੈਂਦਾ। ਮੰਨ ਲਓ ਸਾਡੀ ਚਮੜੀ ਹੈ, ਉਹ ਚਮੜੀ ਸਾਡੀ ਰੋਜ਼ ਕਿਤੇ ਧੁੱਪ ਲੱਗੇਗੀ, ਕਿਤੇ ਛਾਂ ਲੱਗੇਗੀ, ਕਿਤੇ ਰਗੜ ਲੱਗ ਜਾਏਗੀ, ਕਿਤੇ ਕੋਈ ਕੈਮੀਕਲ ਲੱਗ ਰਿਹਾ ਹੈ, ਕਿਤੇ ਅਸੀਂ ਸਾਬਣ ਮਲ ਰਹੇ ਹਾਂ ਉਹਦੇ ਉੱਪਰ, ਕਦੀ ਸੋ ਕਾਲਡ ਸੈਨੀਟਾਈਜ਼ਰ, ਕੁਛ ਨਾ ਕੁਛ ਅਸੀਂ ਕੋਈ ਗੜਬੜ ਕਰਦੇ ਰਹਿੰਦੇ ਹਾਂ ਜੀ।
ਜੇ ਉਹ ਸਾਰੇ ਉਹ ਸੈੱਲ ਜਿਹੜੇ ਕਿ ਕੁਦਰਤ ਦੇ ਕਿਸੇ ਨਾ ਕਿਸੇ ਸ਼ਕਲ 'ਚ ਇਨ ਟੱਚ ਨੇ, ਯਾਨੀ ਕਿ ਹਵਾ ਦੇ ਇਨ ਟੱਚ ਨੇ, ਪਾਣੀ ਦੇ ਇਨ ਟੱਚ ਨੇ, ਜਾਂ ਕਿਸੇ ਹੋਰ ਤਰੀਕੇ ਬਾਹਰ ਨਾਲ ਉਹਨਾਂ ਦਾ ਜਿਹੜਾ ਲੈਣ ਦੇਣ ਬਣਿਆ, ਜਿਵੇਂ ਚਮੜੀ ਦੇ ਸੈੱਲ ਹੋ ਗਏ, ਮੂੰਹ ਦੇ ਸੈੱਲ ਹੋ ਗਏ, ਨੱਕ ਦੇ ਸੈੱਲ ਹੋ ਗਏ, ਅੱਖਾਂ ਦੇ ਸੈੱਲ ਹੋ ਗਏ, ਅੰਦਰਲੇ ਪਾਸਾ ਹੋ ਗਿਆ, ਫਿਰ ਤੁਹਾਡਾ ਅੰਤੜੀਆਂ ਦੀ ਜਿਹੜੀ ਨਾਲੀ ਹੈ ਉਹਦੇ ਅੰਦਰਲਾ ਪਾਸਾ ਹੋ ਗਿਆ, ਫੇਫੜਿਆਂ ਦੇ ਅੰਦਰਲੇ ਜਿਹੜੇ ਜਿੱਥੇ ਹਵਾ ਜਾ ਰਹੀ ਉਹ ਸਾਰੇ ਸੈੱਲ ਬਹੁਤ ਤੇਜ਼ੀ ਨਾਲ ਬਦਲਦੇ ਆ। ਉਹ ਨੀਡ ਬੇਸਡ ਹੈ ਨਾ, ਨੀਡ ਬੇਸਡ ਆ। ਜਿਸ ਚੀਜ਼ ਨੂੰ ਬਦਲਣ ਦੀ ਲੋੜ ਜ਼ਿਆਦਾ ਸੀ ਉਹਨੂੰ ਕੁਦਰਤ ਨੇ ਤੇਜ਼ੀ ਦੇਤੀ, ਕਿਉਂਕਿ ਉੱਥੇ ਹਵਾ ਮਾੜੀ ਜਾ ਰਹੀ ਹੈ, ਉੱਥੇ ਜ਼ਹਿਰੀਲੀ ਹਵਾ ਵੀ ਜਾ ਰਹੀ ਹੈ। ਜਿਹੜਾ ਸੈੱਲ ਜ਼ਹਿਰ ਨਾਲ ਭਰ ਗਿਆ ਉਹਨੂੰ ਨੇਚਰ ਆਰਡਰ ਦੇ ਦਿੰਦੀ ਹੈ ਤੂੰ ਮਰ ਜਾ। ਉਹਨੂੰ ਆਰਡਰ ਆ ਜਾਂਦਾ ਹੈ ਕਿ ਯੂ ਹੈਵ ਟੂ ਡਾਈ। ਜੀਵ ਨੂੰ ਜਿਉਂਦਾ ਰੱਖਣ ਲਈ ਅੰਦਰ ਸੈੱਲ ਕਰੋੜਾਂ ਕਰੋੜ ਸੈੱਲ ਰੋਜ਼ ਮਰਦੇ ਆ ਤੇ ਰੋਜ਼ ਨਵੇਂ ਬਣਦੇ ਆ। ਹਰ ਸੈੱਲ ਦੀ ਆਪਣੀ ਇੱਕ ਲਾਈਫ ਹੈ। ਔਰ ਵਿਗਿਆਨੀਆਂ ਨੇ ਕੈਲਕੂਲੇਟ ਕਰਕੇ ਦੱਸਤਾ ਕਿ ਬੰਦਾ ਜਿੰਨਾ ਮਰਜ਼ੀ ਕਹੇ ਮੇਰੀ ਉਮਰ 70 ਸਾਲ 80 ਸਾਲ ਹੈ, ਉਹਦੀ ਉਮਰ 6 ਮਹੀਨੇ ਹੁੰਦੀ ਹੈ। ਜਿਉਂਦੇ ਪ੍ਰਾਣੀ ਦੀ ਉਮਰ, ਹਰ ਉਮਰ ਦੇ ਪ੍ਰਾਣੀ ਦੀ ਉਮਰ ਐਟ ਏ ਟਾਈਮ 6 ਮਹੀਨੇ ਹੁੰਦੀ ਹੈ, ਕਿਉਂਕਿ 6 ਮਹੀਨੇ ਬਾਅਦ ਉਹਦਾ ਸਰੀਰ ਦਾ ਵੱਡਾ ਹਿੱਸਾ ਬਦਲ ਜਾਂਦਾ ਹੈ, ਬਹੁਤ ਥੋੜੇ ਜਿਹੇ ਸੈੱਲਾਂ ਨੂੰ ਛੱਡ ਕੇ। 80-90% ਸੈੱਲ ਜਿਹੜੇ ਨੇ ਉਹਦੇ ਉਹ ਨਵੇਂ ਆ ਜਾਂਦੇ ਆ 6 ਮਹੀਨੇ 'ਚ। ਹਰ 6 ਮਹੀਨੇ ਬਾਅਦ ਉਹ ਬਦਲਦੇ ਰਹਿੰਦੇ, ਇਵਨ ਹੱਡੀਆਂ ਬਦਲਦੀਆਂ ਰਹਿੰਦੀਆਂ ਨੇ, ਜਿਹੜੀਆਂ ਸਾਨੂੰ ਬਹੁਤ ਸਖਤ ਲੱਗਦੀਆਂ ਨੇ, ਹੱਡੀਆਂ ਵੀ ਬਦਲਦੀਆਂ ਰਹਿੰਦੀਆਂ ਨੇ। ਤੋ ਇਸ ਕਰਕੇ ਜਿਹੜਾ ਉਹ ਰੋਲ ਹੈ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਦਾ, ਇਹ ਲਗਾਤਾਰ ਚੱਲਦਾ ਰਹਿੰਦਾ ਸਰੀਰ ਦੇ ਅੰਦਰ। ਨਵੇਂ ਸੈੱਲ ਪੈਦਾ ਹੋ ਰਹੇ, ਉਹਨੂੰ ਬ੍ਰਹਮਾ ਰੋਲ ਚਾਹੀਦਾ, ਉਹਦੀ ਪਰਵਰਿਸ਼ ਹੋਣੀ ਹੈ, ਉਹਨੂੰ ਵਿਸ਼ਨੂੰ ਰੋਲ ਚਾਹੀਦਾ। ਇਹ ਸੈੱਲ ਮਰ ਗਏ, ਉਹਨੂੰ ਸ਼ਿਵ ਰੋਲ ਚਾਹੀਦਾ। ਤਿੰਨੇ ਕੰਮ ਜਿਹੜੇ ਨੇ ਸੂਖਸ਼ਮ ਜੀਵ ਕਰਦੇ ਆ ਸੈੱਲਾਂ ਦੇ ਨਾਲ। ਸਾਡੇ ਸਰੀਰ ਦੇ ਅੰਦਰ ਕੁਝ ਸੈੱਲ ਤਾਂ ਪੱਕੇ ਇੱਕ ਥਾਂ ਤੇ ਲੱਗੇ ਹੋਏ ਆ ਨਾ, ਕੁਝ ਸੈੱਲ ਸਾਡੇ ਸਰੀਰ ਉਹ ਹੁੰਦੇ ਜਿਹੜੇ ਤੁਰਦੇ ਫਿਰਦੇ ਰਹਿੰਦੇ ਆ ਖੂਨ ਦੇ ਰਾਹੀਂ। ਇੱਕ ਖੂਨ ਦਾ ਸਿਸਟਮ ਹੁੰਦਾ, ਇੱਕ ਸਾਡਾ ਲਿੰਫੈਟਿਕ ਸਿਸਟਮ ਹੁੰਦਾ, ਖੂਨ ਦੇ ਨਾਲ ਸਪੋਰਟ ਕਰਨ ਲਈ ਇੱਕ ਲਿੰਫੈਟਿਕ ਸਿਸਟਮ ਨਾਲ ਚੀਜ਼ ਬਣਾਈ ਹੋਈ ਹੈ। ਉਹ ਸੈੱਲ ਤੁਰਦੇ ਫਿਰਦੇ ਰਹਿੰਦੇ ਆ। ਉਹ ਜਿਹੜੇ ਤੁਰਦੇ ਫਿਰਦੇ ਸੈੱਲ ਵੀ ਨੇ, ਜਿਹੜੇ ਸਾਡੇ ਫਿਕਸ ਸੈੱਲ ਨੇ, ਉਹਨਾਂ ਨੂੰ ਸਪੋਰਟ ਕਰਦੇ ਆ ਜੀ। ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀਗੇ, ਕੁਦਰਤ ਦਾ ਕਿਆ ਕਮਾਲ ਹੈ। ਡੈਂਡ੍ਰਿਟਿਕ ਸੈੱਲ ਦੀ ਗੱਲ ਕਰ ਰਹੇ ਸੀ ਕੱਲ, ਸਰੂਪ ਰਾਏ ਚੌਧਰੀ ਨੇ ਵੀਡੀਓ ਵੀ ਪਾਈ ਹੈ ਜੀ। ਡੈਂਡ੍ਰਿਟਿਕ ਸੈੱਲ ਉਹ ਜਸੂਸ ਨੇ ਜਿਸ ਨਾਲ ਸਮਾਜ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਲੱਗਦੀ ਹੈ ਜਿਹੜੀ ਸਾਡੀ ਪੁਲਿਸ ਹੈ ਵਰਦੀ ਵਾਲੀ, ਇਹ ਸੁਪਰੀਮ ਹੈ, ਡੰਡਾ ਫੜਾ ਰੱਖਿਆ ਜਾਂ ਰਿਵਾਲਵਰ ਫੜਾ ਰੱਖਿਆ ਇਹਨੂੰ, ਜਾਂ ਫੌਜ ਸੁਪਰੀਮ ਹੈ, ਜਾਂ ਪੋਲੀਟੀਸ਼ੀਅਨ ਦਾ ਬਣਿਆ MLA MP ਤੇ ਮਿਨਿਸਟਰ ਬਣਿਆ ਉਹ ਸੁਪਰੀਮ ਹੈ, ਜਾਂ ਅਫਸਰ ਬੈਠਾ ਸੁਪਰੀਮ ਹੈ ਜੀ। ਜੇ ਤੁਸੀਂ ਪਾਓਗੇ ਤੇ ਇਹਦੇ ਪਿੱਛੇ ਸਾਰੇ ਸੁਪਰੀਮ ਨਹੀਂ ਹੈਗੇ, ਇਹ ਫਰੰਟ ਤੇ ਕਰ ਰੱਖੇ ਉਹਨਾਂ ਨੇ, ਪਿੱਛੇ ਉਹਨਾਂ ਦੇ ਉਹ ਲੋਕ ਨੇ ਜਿਹੜੇ ਕਿ ਲੁਕੇ ਹੋਏ ਆ, ਜਿਹਨੂੰ ਕਿ ਡਾਕਟਰ ਸ਼ਿਵਾ ਤੁਸੀਂ ਸੁਣਿਆ ਹੋਣਾ, ਜਿਹਨੂੰ ਡੀਪ ਸਟੇਟ ਕਹਿੰਦੇ। ਡੀਪ ਸਟੇਟ ਕੀ ਹੈ? ਉਹ ਪਰਦੇ ਪਿੱਛੇ ਕੰਮ ਕਰਦੇ ਲੋਕ ਨੇ, ਉਹ ਜਸੂਸ ਨੇ, ਉਹ ਜਿਹੜੀਆਂ ਪਰਦੇ ਪਿੱਛੇ ਕੰਮ ਕਰਦੀਆਂ ਨੇ, ਤੇ ਉਹ ਸਾਹਮਣੇ ਜਿਹੜੀਆਂ ਜੋ ਉਹਨਾਂ ਦਾ ਫੇਸ ਦੇ ਰੱਖਿਆ ਉਹਨੇ, ਪੁਲਿਸ ਦੀ ਸ਼ਕਲ 'ਚ, ਆਰਮੀ ਦੀ ਸ਼ਕਲ 'ਚ, ਅਫਸਰ ਦੀ ਸ਼ਕਲ 'ਚ, ਮੰਤਰੀ ਦੀ ਸ਼ਕਲ 'ਚ, ਉਹ ਸਾਹਮਣੇ ਕਰ ਰੱਖਿਆ, ਉਹਦੇ ਪਿੱਛੇ ਉਹ ਕੰਮ ਕਰਦੀਆਂ। ਬ੍ਰੇਨ ਉਹ ਨੇ, ਇਹਦਾ ਸਾਡੇ ਸਰੀਰ ਨੇ ਸਾਨੂੰ ਜਸੂਸ ਦੇ ਰੱਖੇ ਆ ਡੈਂਡ੍ਰਿਟਿਕ ਸੈੱਲ ਜੀ। ਡੈਂਡ੍ਰਿਟਿਕ ਸੈੱਲ ਕੀ ਕੰਮ ਕਰਦੇ ਆ? ਡੈਂਡ੍ਰਿਟਿਕ ਸੈੱਲ ਦਾ ਕੰਮ ਹੀ ਇਹ ਹੈ ਕਿ ਉਹ ਜਦੋਂ ਵੀ ਕੋਈ ਚੀਜ਼, ਉਹ ਡੈਂਡ੍ਰਿਟਿਕ ਸੈੱਲ ਸਭ ਤੋਂ ਵੱਧ ਕਿੱਥੇ ਹੁੰਦੇ ਆ? ਜਿੱਥੇ ਸਾਡਾ ਬਾਹਰ ਨਾਲ ਤਾਲਮੇਲ ਹੈ। ਜਿੱਥੇ ਸਾਡਾ ਬਾਹਰ ਨਾਲ ਤਾਲਮੇਲ ਹੈ, ਅਸੀਂ ਬਾਹਰ ਤੋਂ ਲੈਣ ਦੇਣ ਕਰ ਰਹੇ ਹਾਂ, ਚਾਹੇ ਉਹ ਹਵਾ ਦੀ ਸ਼ਕਲ 'ਚ ਕਰ ਰਹੇ ਹਾਂ, ਖਾਣੇ ਦੀ ਸ਼ਕਲ 'ਚ ਕਰ ਰਹੇ ਹਾਂ, ਜਾਂ ਚਮੜੀ ਦੀ ਸ਼ਕਲ 'ਚ ਕਰ ਰਹੇ ਹਾਂ, ਜਾਂ ਧੁੱਪ ਦੀ ਸ਼ਕਲ 'ਚ ਕਰ ਰਹੇ ਹਾਂ ਜੀ। ਸਾਡਾ ਲੈਣ ਦੇਣ ਉੱਥੇ ਡੈਂਡ੍ਰਿਟਿਕ ਸੈੱਲ ਬਹੁਤ ਹੁੰਦੇ ਆ। ਉਹ ਡੈਂਡ੍ਰਿਟਿਕ ਸੈੱਲ ਜਿਹੜੇ ਨੇ, ਉਹਨਾਂ ਦਾ ਕੰਮ ਕੀ ਹੈ? ਜੋ ਵੀ ਅੰਦਰ ਆ ਰਿਹਾ ਸਰੀਰ ਦੇ, ਉਹਨੂੰ ਪਹਿਲਾਂ ਰੋਕਣਾ, ਉਹਨੂੰ ਪਛਾਣਨਾ, ਤੇ ਸਰੀਰ ਨੂੰ ਮੈਸੇਜ ਦੇਣਾ ਕਿ ਵੀ ਇਹ ਚੰਗਾ ਹੈ ਕਿ ਮਾੜਾ ਹੈ। ਉਹਦਾ ਤਾਂ ਕੋਡ ਲੈ ਲੈਣਾ, ਉਹ ਤੋਂ ਉਹਦੀ ਆਇਡੈਂਟੀਟੀ ਨੂੰ ਉੱਥੋਂ ਚੱਕ ਲੈਂਦਾ, ਉੱਥੋਂ ਉਹਨੂੰ ਪਛਾਣ ਲੈਂਦਾ, ਉਹ ਕੋਡ ਨੂੰ ਲੈ ਕੇ ਕਨਵੇ ਕਰਦਾ ਇਕੱਲੇ ਸੈੱਲ ਨੂੰ ਵੀ ਏਦਾਂ ਦੀ ਕੋਈ ਚੀਜ਼ ਆ ਰਹੀ ਹੈ ਜੀ, ਉਹ ਚੀਜ਼ ਬਹੁਤ ਵਧੀਆ ਨਹੀਂ ਹੈ, ਉਹ ਜ਼ਹਿਰੀਲੀ ਹੈ, ਜਾਂ ਉਹ ਮਾਰੂ ਹੈ, ਜਾਂ ਉਹ ਨੁਕਸਾਨ ਕਰ ਸਕਦੀ ਹੈ, ਤੇ ਉਹਨੂੰ ਤੋਂ ਬਚਣਾ। ਉਹ ਸੈੱਲ ਸਾਰੇ ਅਲਰਟ ਹੋ ਜਾਂਦੇ ਆ ਕਿ ਕੋਈ ਚੀਜ਼ ਆ ਰਹੀ ਹੈ। ਤਾਂ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਸਾਡੇ ਸਰੀਰ ਦੇ ਅੰਦਰ ਹੈਗਾ ਕਿ ਸਾਡੇ ਸਰੀਰ ਦੇ ਅੰਦਰ ਜਿਹੜਾ ਤਾਲਮੇਲ ਹੈ ਪੂਰਾ, ਵਿੱਚੋਂ ਨੈਟਵਰਕ ਦੀ ਪ੍ਰੋਬਲਮ ਆਈ ਸੀ।
ਅੱਛਾ ਜੀ। ਜਿਹੜੀ ਡੈਂਟੇਟਿਕ ਸੈੱਲ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਉਹ ਤਾਲਮੇਲ ਦੀ ਸਾਡੇ ਸਰੀਰ ਦੀ ਜਿਹੜੀ ਸਾਨੂੰ ਕਰਦੀ ਹੈ नेटवर्क की कोई प्रॉब्लम लग रही है। आवाज आवाज रुकी है हरपिंदर जी, है ना? हाँ जी रुकी हुई है, टोस्टर की आवाज नहीं आ रही। अनम्यूट कर लिया सी उन्होंने। हाँ जी डॉक्टर साहब दोबारा शुरू आ रही आवाज आ रही होना? हाँ जी होना लगी आ रही है जी। तो ये ਜਿਹੜਾ ब्रह्मा रोल है, विष्णु रोल है, शिव रोल है। ये ब्रह्मा विष्णु रोल का ਜਿਹੜਾ ब्रह्मा विष्णु ਤੇ शिव ਦਾ ਰੋਲ ਹੈ, ਇਹ ਮੂਲ ਦੀ ਨਿਰਦੇਸ਼ਾਂ ਤੇ ਮੂਲ ਦੇ ਬਣੇ ਹੋਏ ਨਿਯਮਾਂ ਤਹਿਤ, ਪਰਮਾਤਮਾ ਦੇ ਬਣੇ ਹੋਏ ਨਿਯਮਾਂ ਦੇ ਤਹਿਤ ਸਾਡੇ ਸੈੱਲ ਤੇ ਸੂਖਸ਼ਮ ਜੀਵ ਬੈਕਟੀਰੀਆ ਤੇ ਵਾਇਰਸ ਰਲ ਕੇ ਕਰਦੇ ਆ, ਬਹੁਤ ਹੀ ਗਹਿਰੇ ਤਾਲਮੇਲ ਚ ਕਰਦੇ ਆ ਜੀ। तो ये तालमेल ਜਿਹੜਾ ਹੈ ਇਹ ਕਿੱਦਾਂ ਟੁੱਟਦਾ ਹੈ, ਕੌਣ ਤੋੜਦਾ ਇਸ ਤਾਲਮੇਲ ਨੂੰ ਜਿਹਦੇ ਅਸੀਂ ਬਿਮਾਰ ਹੁੰਦੇ ਆ? ਉਹ ਤਾਲਮੇਲ ਉਦੋਂ ਟੁੱਟਦਾ ਹੈ ਕਿ ਜਦੋਂ ਇਹ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਦੇ ਰੋਲ 'ਚ ਬੈਲੈਂਸ ਨਹੀਂ ਰਹਿੰਦਾ। ਉਦੋਂ ਆਉਂਦਾ ਜਦੋਂ ਸਾਡੇ ਸੈੱਲ ਜਿਹੜੇ ਵੀਕ ਹੋਣ ਲੱਗ ਜਾਂਦੇ ਆ, ਕਿਸੇ ਕਾਰਨ ਕਰਕੇ ਕਮਜ਼ੋਰ ਹੋ ਰਹੇ ਆ, ਤਾਂ ਸ਼ਿਵ ਰੂਪ ਦਾ ਮੈਸੇਜ ਆਉਣ ਲੱਗ ਜਾਂਦਾ ਉਹਨੂੰ ਕਿ ਇਹ, ਕਿਉਂਕਿ ਸ਼ਿਵ ਰੂਪ ਦੇ ਵਿੱਚ ਅਲਟੀਮੇਟਲੀ ਇਹ ਸਰੀਰ ਨੂੰ ਵੀ ਉਹਨਾਂ ਨੇ ਗਾਲਣਾ ਜੀ। तो शिव रोल ਜਿਹੜਾ ਹੈ ਉਹਨੂੰ ਜਦ ਸ਼ਿਵ ਰੋਲ ਜਦੋਂ ਭਾਰੂ ਹੋਣ ਲੱਗ ਜਾਂਦਾ ਹੈ, ਭਾਰੂ ਹੁੰਦਾ ਜਦੋਂ ਬ੍ਰਹਮਾ ਤੇ ਵਿਸ਼ਨੂੰ ਜਿਹੜੇ ਨੇ ਕਮਜ਼ੋਰ ਹੋ ਜਾਂਦੇ ਆ, ਦੇ ਕੈਮੀਕਲਸ ਕਰਦੇ ਆ, ਇਹ ਗਲਤ ਆ ਕਰਦਾ। ਇਹ ਸਾਰੀਆਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਰੋਲ ਨੂੰ ਕਮਜ਼ੋਰ ਕਰ ਦਿੰਦੀਆਂ ਨੇ। ਉਹਦੇ ਸ਼ਿਵ ਰੋਲ ਜਿਹੜਾ ਫਿਰ ਉਹ ਮੁਕਾਬਲਤਨ ਕੰਪੈਰੀਜ਼ਨ 'ਚ ਭਾਰੂ ਹੋਣ ਲੱਗ ਜਾਂਦਾ ਹੈ। ਜਿਹੜੇ ਸੈੱਲ ਨੇ ਉਹ ਮਰਨਾ ਸ਼ੁਰੂ ਕਰ ਦਿੰਦੇ ਆ ਜਾਂ ਬਿਮਾਰ ਹੋਣਾ। ਮੌਤ ਵੱਲ ਜਾਣ ਦੀਆਂ ਪੌੜੀਆਂ ਜਿਹੜੀਆਂ ਨੇ ਉਹ ਬਿਮਾਰੀ ਨੇ। ਉਸ ਮੌਤ ਵੱਲ ਦੀ ਪੌੜੀਆਂ, ਜਾਣ ਵਾਲੀਆਂ ਪੌੜੀਆਂ ਤੋਂ ਅਸੀਂ ਕਿਸੇ ਵੀ ਪੌੜੀ ਤੋਂ ਵਾਪਸ ਮੁੜ ਸਕਦੇ ਹਾਂ ਆਪਣੀ ਚੇਤਨਾ ਦੇ ਸਿਰ ਤੇ। ਫਿਰ ਮੁੜ ਕੇ ਅਸੀਂ ਆਪਣਾ ਵਿਸ਼ਨੂੰ ਤੇ ਬ੍ਰਹਮਾ ਰੋਲ ਜਿਹੜਾ ਉਹ ਸਟਰੋਂਗ ਕਰ ਸਕਦੇ ਹਾਂ, ਜਿਹਦੇ ਨਾਲ ਕਿ ਸ਼ਿਵ ਰੋਲ ਦਾ ਫਿਰ ਬੈਲੈਂਸ ਬਣ ਜਾਏਗਾ। ਸ਼ਿਵ ਰੋਲ ਤਾਂ ਚੱਲਦਾ ਰਹਿਣਾ ਸਰੀਰ 'ਚ, ਕਿਉਂਕਿ ਸਰੀਰ ਰੋਜ਼ ਕਰੋੜਾਂ ਕਰੋੜ ਸੈੱਲ ਮਰ ਰਹੇ ਆ। ਕਰੋੜਾਂ ਕਰੋੜ ਸੈੱਲ ਜਿਹੜੇ ਮਰ ਰਹੇ ਆ ਉਹਨਾਂ ਨੂੰ ਮਾਰਨਾ, ਕਿਉਂਕਿ ਜਿਹੜਾ ਸੈੱਲ ਜਿਉਂਦਾ ਉਹਨੂੰ ਮੈਸੇਜ ਆਉਂਦਾ ਸਰੀਰ ਵੱਲੋਂ, ਉਹਨੂੰ ਮੈਸੇਜ ਆਉਂਦਾ ਕਿ ਯੂ ਹੈਵ ਟੂ ਡਾਈ, ਤੈਨੂੰ ਮਰਨਾ। ਉਹ ਜੇ ਮਰਨ ਤੋਂ ਇਨਕਾਰੀ ਹੋ ਜਾਂਦਾ, ਜਦੋਂ ਬਹੁਤ ਵਾਰੀ ਸੈੱਲ ਇਨਕਾਰੀ ਹੋ ਜਾਂਦਾ ਹੈ ਮਰਨ ਤੋਂ, ਤਾਂ ਉਹ ਕੈਂਸਰ ਸੈੱਲ ਬਣ ਜਾਂਦਾ। ਉਹ ਕੈਂਸਰ ਸੈੱਲ ਬਣ ਜਾਂਦਾ। ਇੱਕੋ ਹੀ ਫਰਕ ਹੈ, ਕੈਂਸਰ ਸੈੱਲ ਤੇ ਨਾਰਮਲ ਸੈੱਲ 'ਚ ਇੱਕੋ ਹੀ ਫਰਕ ਹੈ, ਹੋਰ ਫਰਕ ਨਹੀਂ ਹੈਗਾ ਕੋਈ, ਤਾਂ ਹੀ ਦਵਾਈ ਨਹੀਂ ਬਣ ਰਹੀ ਕੋਈ। ਜਿਹੜੀ ਕੈਂਸਰ ਸੈੱਲ ਦੇ ਕੰਮ ਕਰਨ ਦੀ ਤਰੀਕਾ ਹੈ ਤੇ ਨਾਰਮਲ ਸੈੱਲ ਦੇ ਕੰਮ ਕਰਨ ਦਾ ਤਰੀਕਾ ਹੈ ਇੱਕੋ ਹੀ ਹੈ ਕਿ ਨਾਰਮਲ ਸੈੱਲ ਦੇ ਅੰਦਰ ਇੱਕ ਪਾਰਟਿਕੂਲਰ ਦਿਨਾਂ ਤੋਂ ਬਾਅਦ ਉਹਨੂੰ ਮਰਨ ਦਾ ਮੈਸੇਜ ਆਉਂਦਾ ਤਾਂ ਮਰ ਜਾਂਦਾ ਹੈ। ਜਿਹੜਾ ਕੈਂਸਰ ਸੈੱਲ ਮਰਨ ਤੋਂ ਇਨਕਾਰੀ ਹੋ ਜਾਂਦਾ, ਬਾਗੀ ਹੋ ਜਾਂਦਾ ਜੀ। ਇਸੇ ਕਰਕੇ ਦਵਾਈ ਨਹੀਂ ਬਣਦੀ, ਕਿਉਂਕਿ ਜੇ ਜੋ ਵੀ ਦਵਾਈ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰੋਗੇ ਉਹ ਨਾਰਮਲ ਸੈੱਲ ਨੂੰ ਵੀ ਮਾਰੇਗੀ। ਉਹਦੇ ਫਰਕ ਹੀ ਅੱਜ ਤੱਕ ਸਾਇੰਟਿਸਟਾਂ ਨੂੰ ਇਹ ਨਹੀਂ ਸਮਝ ਆਇਆ ਵੀ ਕੈਂਸਰ ਸੈੱਲ ਤੇ ਨਾਰਮਲ ਸੈੱਲ 'ਚ ਫਰਕ ਕੀ ਹੈ। ਉਸ ਕਰਕੇ ਉਹ ਸਮਝ ਨਾ ਆਉਣ ਕਰਕੇ ਕੋਈ ਇਹੋ ਜਿਹੀ ਦਵਾਈ ਨਹੀਂ ਬਣ ਸਕੀ ਅੱਜ ਤੱਕ, ਜਿਹੜੀ ਕਿ ਇੱਕੋ ਹੀ ਤਰੀਕਾ ਕੈਂਸਰ ਤੋਂ ਬਚਣ ਦਾ ਕਿ ਤੁਸੀਂ ਆਪਣਾ ਬ੍ਰਹਮਾ ਤੇ ਵਿਸ਼ਨੂੰ ਰੋਲ ਸਟਰੋਂਗ ਕਰ ਲਓ, ਆਪਣੇ ਬਾਡੀ ਦੇ ਸੈੱਲ ਨੂੰ, ਆਪਣੇ ਬਾਡੀ ਦੇ ਸੂਖਸ਼ਮ ਜੀਵਾਂ ਨੂੰ ਸਟਰੋਂਗ ਕਰ ਲਓ। ਜਿਹੜੇ ਬ੍ਰਹਮਾ ਤੇ ਵਿਸ਼ਨੂੰ ਦਾ ਰੋਲ ਨਿਭਾ ਰਹੇ ਆ ਉਹ ਸਟਰੋਂਗ ਕਰਨ ਦੇ ਸਾਡੇ ਆਯੁਰਵੇਦ ਨੇ, ਸਾਡੇ ਯੋਗਾ ਨੇ, ਸਾਡੀ ਨੈਚੁਰੋਪੈਥੀ ਨੇ, ਸਾਡੇ ਬਜ਼ੁਰਗਾਂ ਨੇ ਸਾਨੂੰ ਬਹੁਤ ਵਧੀਆ ਰੋਲ ਦਿੱਤੇ ਆ, ਜਿਹਨੂੰ ਕਿ ਅੱਜ ਦਾ ਮਾਡਰਨ ਮੈਡੀਕਲ ਸਿਸਟਮ ਪਛਾਣ ਹੀ ਨਹੀਂ ਰਿਹਾ, ਉਹਦੀ ਗੱਲ ਹੀ ਨਹੀਂ ਕਰ ਰਿਹਾ। ਕਿਉਂ ਨਹੀਂ ਕਰ ਰਿਹਾ? ਕਿਉਂਕਿ ਉਹਦੇ ਅੰਦਰ ਕੋਈ ਪ੍ਰੋਫਿਟ ਨਹੀਂ ਹੈ, ਉਹਦੇ ਅੰਦਰ ਕਮਰਸ ਨਹੀਂ ਹੁੰਦਾ, ਉਹਦੇ ਨਾਲ ਤਾਂ ਉਹਦੇ ਧੰਦੇਬਾਜ਼ੀ ਨਹੀਂ ਹੋ ਸਕਦੀ। ਇਹਨਾਂ ਨੇ ਕੀ ਕੀਤਾ, ਪੂਰੇ ਦਾ ਪੂਰਾ ਵਿਗਿਆਨ ਹਾਈਜੈਕ ਕਰਕੇ ਇਸ ਢੰਗ ਨਾਲ ਉਹਨੂੰ ਮੋਡੀਫਾਈ ਕਰਤਾ, ਇਸ ਢੰਗ ਨਾਲ ਪੜਾਉਣਾ ਸ਼ੁਰੂ ਕਰਤਾ, ਉਸ ਢੰਗ ਨਾਲ ਖੋਜਾਂ ਕਰਾਉਣੀ ਸ਼ੁਰੂ ਕਰਤੀਆਂ ਜਿਹਦੇ 'ਚ ਉਹ ਕਮਰਸ ਕਰ ਸਕਣ, ਬਿਜ਼ਨਸ ਕਰ ਸਕਣ। ਕਿਉਂਕਿ ਵਿਗਿਆਨ
ਪੈਦਾ ਜਦੋਂ ਹੁੰਦਾ ਹੈ ਤਾਂ ਅੰਡਰ ਦੀ ਲੀਡਰਸ਼ਿਪ ਆਫ ਕੈਪੀਟਲਿਜ਼ਮ ਪੈਦਾ ਹੋਇਆ। ਉਹ ਸਰਮਾਏਦਾਰੀ ਦੀ ਲੀਡਰਸ਼ਿਪ 'ਚ ਵਿਗਿਆਨ ਨੇ ਵਿਕਾਸ ਕੀਤਾ। ਇਸ ਕਰਕੇ ਵਿਗਿਆਨ ਨੇ ਉਸ ਅਧੀਨਤਾ ਨੂੰ ਪ੍ਰਵਾਨ ਕਰ ਲਿਆ। ਉਹਦੇ 'ਚ ਜਿਹੜਾ ਵਿਗਿਆਨ ਇਹ ਨਹੀਂ ਕਿ ਪੂਰੀ ਤਰ੍ਹਾਂ ਕਰ ਲਿਆ, ਜੇ ਪੂਰੀ ਤਰ੍ਹਾਂ ਕੀਤਾ ਹੁੰਦਾ ਫਿਰ ਤਾਂ ਸੱਚ ਸਾਹਮਣੇ ਨਹੀਂ ਸੀ ਆ ਸਕਦਾ, ਲੇਕਿਨ ਮੁੱਖ ਤੌਰ ਤੇ ਵੱਡੇ ਹਿੱਸੇ ਨੇ ਉਸ ਅਧੀਨਤਾ ਨੂੰ ਪ੍ਰਵਾਨ ਕਰ ਲਿਆ, ਉਸ ਗੁਲਾਮੀ ਨੂੰ ਮੰਨ ਲਿਆ। ਉਹਦੇ ਅੰਦਰ ਛੋਟਾ ਹਿੱਸਾ ਹੈ ਤਾਂ ਹੀ ਸੱਚ ਸਾਹਮਣੇ ਆਉਂਦਾ ਜੀ। ਉਹ ਬਗਾਵਤ ਕਿਸ ਸਿਰ ਤੇ ਕਰਦਾ? ਉਹ ਜਿਹਨੂੰ ਕਹਿੰਦੇ ਆਪਣੀ ਆਤਮਾ ਦੇ ਸਿਰ ਤੇ, ਜਾਂ ਉਹ ਮੂਲ ਦਾ ਜਿਹੜਾ ਕਿਉਂਕਿ ਰੂਪ ਹੈ, ਉਹ ਉਸ ਮੂਲ ਦਾ ਰੂਪ ਹੈ। ਬਿਲਕੁਲ ਭਾਸ਼ਾ 'ਚ ਕਹਿ ਜਾਂਦੇ ਕਿ ਜਿਹੜਾ ਆਪਣੀ ਆਤਮਾ ਦੀ ਆਵਾਜ਼ ਸੁਣੇਗਾ ਉਹ ਬਾਗੀ ਹੋਏਗਾ, ਬਗਾਵਤ ਕਰੇਗਾ ਜੀ। ਔਰ ਜਿਹੜਾ ਬਾਗੀ ਹੋਏਗਾ ਉਹਨੂੰ ਕੁਰਬਾਨੀ ਵੀ ਕਰਨੀ ਪਏਗੀ, ਉਹ ਸਭ ਕੁਝ ਕਰਨਾ ਪਏਗਾ ਉਹਨੂੰ। ਉਹ ਦੁੱਖ ਵੀ ਭੋਗੇਗਾ, ਕੁਰਬਾਨੀ ਵੀ ਕਰੇਗਾ, ਉਹਦੇ ਖਿਲਾਫ ਦੁਸ਼ਮਣ ਵੀ ਬਹੁਤ ਹੋਣਗੇ। ਉਹ ਜਿਹੜਾ ਕਿਉਂਕਿ ਅੱਜ ਵੀ ਜਿਹੜਾ ਵਿਗਿਆਨ ਹੈ ਉਹਦਾ ਜਿਹੜਾ ਬਾਗੀ ਹਿੱਸਾ ਹੈ ਬਹੁਤ ਥੋੜਾ, ਔਰ ਜਿਹੜਾ ਮੁੱਖ ਧਾਰਾ ਜਿਹੜਾ ਹੈ ਉਹ ਅੱਜ ਵੀ ਉਸ ਕਮਰਸ ਦੇ, ਉਸ ਵਪਾਰ ਦੇ ਥੱਲੇ ਲੱਗਿਆ ਹੋਇਆ ਹੈ, ਉਸੇ ਦਾ ਹਿੱਸਾ ਬਣ ਕੇ ਰਹਿ ਗਿਆ, ਕਿਉਂਕਿ ਉਹ ਬਹੁਤ ਵੱਡੇ ਤੋਂ ਬੈਨੀਫਿਟ ਲੈਂਦੇ ਆ, ਬਹੁਤ ਮੋਟੀਆਂ ਤਨਖਾਹਾਂ ਨੇ, ਮੋਟੇ ਬੈਨੀਫਿਟ ਨੇ, ਔਰ ਹੋਰ ਹਰ ਕਿਸਮ ਦਾ ਜਿਹੜਾ ਉਹਨੂੰ ਸੁੱਖ ਸੁਵਿਧਾ ਜਿਹੜੀ ਹੈ, ਔਰ ਕੁਰਸੀਆਂ ਨੇ, ਸੁੱਖ ਸੁਵਿਧਾ ਹੈ, ਈਗੋ ਹੈ ਉਹਨਾਂ ਦੀ, ਉਹ ਸਾਰੀ ਦਾ ਜਿਹੜੀ ਪੂਰਤੀ ਜਿਹੜੀ ਹੁੰਦੀ ਹੈ ਉਹ ਉਸ ਕਮਰਸ ਨਾਲ ਰਲ ਕੇ ਹੁੰਦੀ ਹੈ। ਉਹ ਜਿਹੜਾ ਆਪਾਂ ਬ੍ਰਹਮਾ ਵਿਸ਼ਨੂੰ ਮਹੇਸ਼ ਵਾਲੀ ਗੱਲ ਹੈ ਜਿਹੜੀ, ਉਹਦੇ ਅੰਦਰ ਕਿੰਨਾ ਕੁ ਗਹਿਰਾ ਰਿਸ਼ਤਾ ਹੈ, ਉਹਦੀ ਇੱਕ ਦੋ ਉਦਾਹਰਨਾਂ ਹੋਰ ਲੈ ਲਈਏ ਜਾਂ ਤਾਂ ਕਿ ਥੋੜੀ ਜਿਹੀ ਸ਼ਾਇਦ ਗੱਲ ਸਪਸ਼ਟ ਨਾ ਹੋਈ ਹੋਵੇ। ਉਹਦੇ ਅੰਦਰ ਇਹੋ ਜਿਹੇ ਰੋਲ ਜਿਹੜੇ ਕਿ ਮੰਨ ਲਓ ਬੈਕਟੀਰੀਆ ਕੋਲੇ, ਬੈਕਟੀਰੀਆ ਦੇ ਵਾਇਰਸ ਇੱਕ ਦੂਜੇ ਨਾਲ ਤਾਲਮੇਲ 'ਚ ਕੰਮ ਕਰਦੇ ਆ, ਦੋਨੋਂ ਅਲੱਗ-ਅਲੱਗ ਕੰਮ ਨਹੀਂ ਕਰਦੇ। ਬਹੁਤ ਵਾਰੀ ਵਾਇਰਸ ਚਾਹੇ ਛੋਟਾ ਹੈ, ਲੇਕਿਨ ਇਹ ਗੱਲ ਤਾਂ ਵਿਗਿਆਨ ਨੇ ਸਟੱਡੀ ਕਰ ਲਈ ਹੋਈ ਹੈ ਕਿ ਜਿਹੜਾ ਬਿਮਾਰੀ ਪੈਦਾ ਕਰਨ ਵਾਲੇ ਜਿਹੜੇ ਕੀਟਾਣੂ ਨੇ, ਬੈਕਟੀਰੀਆ ਨੇ, ਉਹਨੂੰ ਮਾਰਨ ਵਾਸਤੇ ਕੁਝ ਵਾਇਰਸਸ ਵੀ ਕਾਰਗਰ ਨੇ। ਵਾਇਰਸਸ ਉਸ ਬੈਕਟੀਰੀਆ ਨੂੰ ਮਾਰ ਦਿੰਦੀਆਂ ਨੇ, ਉਸ ਬੈਕਟੀਰੀਆ ਦੇ ਅੰਦਰ ਵੜ ਜਾਂਦੀਆਂ ਨੇ, ਉਧਰ ਵੜ ਕੇ ਉਹਨੂੰ ਮਾਰ ਦਿੰਦੀਆਂ ਨੇ। ਉਹ ਤਜਰਬੇ ਵੀ ਕਰ ਲਏ ਲੋਕਾਂ ਨੇ, ਐਕਸਪੈਰੀਮੈਂਟ ਵੀ ਹੋ ਚੁੱਕੇ ਆ ਕਿ ਜੇ ਕੋਈ ਪਰਟੀਕੂਲਰ ਬੈਕਟੀਰੀਆ, ਜਿਵੇਂ ਅੱਜ ਕੱਲ੍ਹ ਸਾਇੰਸ ਖੋਜ ਕਰ ਰਹੀ ਹੈ, ਹੁਣ ਕੀ ਰਿਸਰਚ ਕਿੱਥੇ ਸ਼ੁਰੂ ਕਰਤੀ ਇਹਨਾਂ ਨੇ, ਕਿਉਂਕਿ ਬੈਕਟੀਰੀਆ ਨੂੰ ਮਾਰਨ ਵਾਲੇ ਐਂਟੀਬਾਇਓਟਿਕ ਜਿਹੜੇ ਸੀਗੇ, ਸਾਰੀ ਐਲੋਪੈਥੀ ਜਿਹੜੀ ਉਹਦੇ ਸਿਰ ਤੇ ਖੜੀ ਹੈ। ਐਲੋਪੈਥੀ ਸਭ ਤੋਂ ਤਾਕਤਵਰ ਜਿਹੜੀ ਜਿਹੜਾ ਥੰਮ ਹੈ ਜਿਹੜਾ, ਉਹ ਹੈਗੇ ਐਂਟੀਬਾਇਓਟਿਕਸ। ਕਿਉਂਕਿ ਐਲੋਪੈਥੀ ਦਾ ਜਿਹੜਾ ਰਾਈਜ਼ ਸੀਗਾ, ਐਲੋਪੈਥੀ ਦਾ ਜਿਹੜਾ ਚੜਾਓ ਸੀਗਾ, ਉਹ ਸ਼ੁਰੂ ਜਦੋਂ ਹੁੰਦਾ ਹੈ ਤਾਂ ਐਂਟੀਬਾਇਓਟਿਕ ਦਾ ਸ਼ੁਰੂ ਪੈਨਸਿਲਿਨ ਤੋਂ ਸ਼ੁਰੂ ਹੁੰਦਾ। ਉਹ ਜੀ ਪੈਨਸਿਲਿਨ ਤੋਂ ਸ਼ੁਰੂ ਹੁੰਦਾ, ਕਿਉਂਕਿ ਪੈਨਸਿਲਿਨ ਆਉਣ ਤੋਂ ਪਹਿਲਾਂ ਛੋਟੇ ਫੋੜੇ ਫਿੰਸੀਆਂ ਵੀ ਕਈ ਵਾਰੀ ਮਾਰੂ ਹੋ ਜਾਂਦੇ ਸੀਗੇ ਇਨਸਾਨ ਨੂੰ। ਜਦੋਂ ਪੈਨਸਿਲਿਨ ਆ ਜਾਂਦੀ ਹੈ ਤਾਂ ਉਹ ਜਿਹਨੂੰ ਕਹਿੰਦੇ ਸੰਭਾਵਨਾ ਖਤਮ ਹੋ ਗਈ, ਔਰ ਬਹੁਤ ਕਮਾਲ ਦੀ ਰੈਵੋਲੂਸ਼ਨ ਹੋਈ ਕਿ ਫੋੜੇ ਫਿੰਸੀਆਂ ਵਾਲੇ ਜਿਹੜੇ ਸੀਗੇ ਉਹ ਸਾਰੇ ਬਚਣੇ ਸ਼ੁਰੂ ਹੋ ਗਏ, ਕਿਉਂਕਿ ਉਹਦੇ ਅੰਦਰ ਪਾਵਰ ਆ ਗਈ ਕਿ ਉਹ ਬੈਕਟੀਰੀਆ ਨੂੰ ਮਾਰ ਸਕਦੀ, ਬਿਮਾਰੀ ਵਾਲੇ ਕੀਟਾਣੂਆਂ ਨੂੰ ਮਾਰ ਸਕਦੀ ਹੈ। ਉੱਥੋਂ ਸ਼ੁਰੂ ਹੋ ਕੇ, ਪੈਨਸਿਲਿਨ ਤੋਂ ਸ਼ੁਰੂ ਹੋ ਕੇ ਐਂਟੀਬਾਇਓਟਿਕ ਦਾ ਲੰਬਾ ਚੌੜਾ ਐਰਾ ਆਇਆ, ਜਿਹੜਾ ਕਿ 100 ਸਾਲ ਤੱਕ, ਪਿਛਲੇ 100 ਸਾਲ ਤੋਂ ਉਹਦੀ ਜਿਹਨੂੰ ਕਹਿੰਦੇ ਸਰਦਾਰੀ ਹੈ ਡਾਕਟਰੀ 'ਚ, ਮੈਡੀਸਨ ਦੇ ਅੰਦਰ ਇੱਕ ਸਰਦਾਰੀ ਕਾਇਮ ਹੋ ਗਈ ਜੀ। ਉਹ ਸਰਦਾਰੀ ਦਾ ਵੱਡਾ ਥੰਮ ਕੌਣ ਹੈ? ਐਂਟੀਬਾਇਓਟਿਕਸ। ਔਰ ਅੱਜ ਉਹ ਸਟੇਜ ਆ ਰਹੀ ਹੈ ਜਿੱਥੇ ਐਂਟੀਬਾਇਓਟਿਕ ਇੱਕ ਤੋਂ ਬਾਅਦ ਫੇਲ ਹੋ ਰਹੇ ਹੈ। ਫੇਲ ਕਿਉਂ ਹੋ ਰਹੇ ਹੈ? ਕਿਉਂਕਿ ਕੀਟਾਣੂਆਂ ਨੂੰ ਕੁਦਰਤ ਨੇ ਸ਼ਕਤੀ ਦਿੱਤੀ ਹੋਈ ਹੈ ਉਹਨਾਂ ਨੂੰ ਬਾਈਪਾਸ ਕਰਨ ਦੀ, ਕਿਉਂਕਿ ਕੀਟਾਣੂ ਜਿਹੜੇ ਨੇ, ਬੈਕਟੀਰੀਆ ਜਿਹੜੇ ਨੇ, ਉਹ ਧਰਤੀ ਦੇ ਬਹੁਤ ਪੁਰਾਣੇ ਵਾਸੀ ਨੇ। ਹਾਂਜੀ, ਕਿੰਨੇ ਪੁਰਾਣੇ ਨੇ? ਸਾਡੇ ਤੋਂ ਕਰੋੜਾਂ ਸਾਲ ਪੁਰਾਣੇ ਨੇ। ਔਰ ਜਿੰਨਾ ਕੋ ਪੁਰਾਣਾ ਵਾਸੀ ਹੋਏਗਾ ਇਸ ਧਰਤੀ ਦਾ, ਕੁਦਰਤ ਨੇ ਉਹਨਾਂ ਸਟਰੋਂਗ ਕੀਤਾ ਹੋਇਆ ਹੈ, ਉਹਨਾਂ ਉਹ ਮਜ਼ਬੂਤ ਹੋਏਗਾ। ਤਾਂ ਤੁਸੀਂ ਪਾਓਗੇ ਉਹਦੀ ਇੱਕ ਉਦਾਹਰਨ ਤਾਂ ਇਹ ਹੈ ਕਿ ਐਂਟੀਬਾਇਓਟਿਕ ਤੁਸੀਂ ਇੱਕ ਵਾਰੀ ਵਰਤੋ, 2 ਵਾਰੀ ਵਰਤੋ, 3 ਵਾਰੀ ਵਰਤੋ, ਚੌਥੀ ਵਾਰੀ ਉਹਦਾ ਅਸਰ ਖਤਮ ਹੋ ਜਾਂਦਾ। ਉਸ ਬਿਮਾਰੀ ਤੇ ਤੁਸੀਂ ਬਾਰ-ਬਾਰ ਐਂਟੀਬਾਇਓਟਿਕ ਵਰਤੀ ਜਾਓਗੇ ਤਾਂ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਜਾ ਕੇ ਉਹ ਅਸਰ ਛੱਡ ਜਾਏਗਾ। ਹੁਣ ਇੱਕ ਤੋਂ ਬਾਅਦ ਇੱਕ ਐਂਟੀਬਾਇਓਟਿਕ ਜਿਹੜਾ ਉਹ ਫੇਲ ਹੋ ਰਿਹਾ, ਔਰ ਸਾਇੰਟਿਸਟ ਡਰ ਰਹੇ ਹੈ ਕਿ ਅਸੀਂ ਵੀ ਐਂਟੀਬਾਇਓਟਿਕ ਐਰਾ 'ਚ ਦਾਖਲ ਹੋਣ ਜਾ ਰਹੇ ਹਾਂ, ਯਾਨੀ ਕਿ ਅੱਜ ਫਿਰ ਉਹ ਐਂਟੀਬਾਇਓਟਿਕ ਅਸਰਹੀਣ ਹੋਣ ਜਾ ਰਹੇ ਹੈ ਕਿ ਅਸੀਂ ਅੱਜ ਫਿਰ ਉਹਨੇ ਫੋੜੇ ਫਿੰਸੀਆਂ ਨਾਲ ਮਰ ਸਕਦੇ ਹਾਂ। ਲੇਕਿਨ ਉਹਦੇ ਨਵੀਂ ਜਿਹੜੀ ਰਿਸਰਚ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਤੁਸੀਂ ਵਾਇਰਸਸ ਨੂੰ ਇਸ ਢੰਗ ਨਾਲ ਕਲਚਰ ਕਰ ਸਕਦੇ ਹੋ ਤੇ ਵਾਇਰਸਸ ਦੇ ਆਧਾਰਿਤ ਦਵਾਈਆਂ ਬਣਾ ਸਕਦੇ ਹੋ ਜਿਹੜੀਆਂ ਬੈਕਟੀਰੀਆ ਨੂੰ ਮਾਰ ਸਕਦੀਆਂ ਨੇ। ਇਹ ਖੋਜਾਂ ਸ਼ੁਰੂ ਹੋ ਗਈਆਂ ਹੁਣ। ਤਾਂ ਮੇਰਾ ਇੱਥੇ ਕਹਿਣ ਤੋਂ ਮਤਲਬ ਇਹ ਸੀਗਾ ਕਿ ਇਹ ਨਹੀਂ ਕਿ ਵਾਇਰਸ ਛੋਟੀ ਹੈ ਤਾਂ ਉਹ ਘੱਟ ਪਾਵਰਫੁਲ ਹੈ।
ਕਿ ਨਾ ਵਾਇਰਸ ਛੋਟੀ ਜ਼ਰੂਰ ਹੈ ਲੇਕਿਨ ਪਾਵਰਫੁਲ ਬਹੁਤ ਜ਼ਿਆਦਾ ਹੈ ਔਰ ਬੈਕਟੀਰੀਆ ਨੂੰ ਮਾਰ ਸਕਦੀ ਹੈ। ਜਦੋਂ ਬੈਕਟੀਰੀਆ ਅੰਦਰ ਵੜ ਜਾਂਦੀ ਹੈ ਉਹ ਉਹਨੂੰ ਬਿਲਕੁਲ ਖਤਮ ਕਰ ਦਿੰਦੀ ਹੈ। ਤੇ ਐਕਸਪੈਰੀਮੈਂਟ ਵੀ ਹੋ ਚੁੱਕੇ ਹੈ, ਵਿਗਿਆਨ ਐਕਸਪੈਰੀਮੈਂਟ ਕਰਨੇ ਹੋਏ, ਉਹਨਾਂ ਨੇ ਕਲਚਰ ਕਰਕੇ ਬੈਕਟੀਰੀਆ ਨੂੰ ਉਹਦੇ ਚ ਵਾਇਰਸ ਪਾਈ ਤੇ ਬੈਕਟੀਰੀਆ ਖਤਮ। ਉਹ ਇਸ ਕਰਕੇ ਕਿਉਂਕਿ ਵਾਇਰਸ ਨੂੰ ਤਾਂ ਫੂਡ ਚਾਹੀਦਾ, ਫੂਡ ਅਗਰ ਸੀਮਿਤ ਹੋਏਗਾ ਉਹਦੇ ਕੋਲੇ ਤੇ ਵਾਇਰਸ ਇੰਨੇ ਜ਼ਿਆਦਾ ਹੋਣਗੇ ਤਾਂ ਉਹ ਸੈੱਲ ਜਿਹੜੇ ਨੇ ਖਤਮ ਹੋ ਜਾਣਗੇ। ਤਾਂ ਉਹਦੇ ਬੇਸ ਤੇ ਹੁਣ ਰਿਸਰਚ ਸ਼ੁਰੂ ਹੋ ਗਈ ਹੈ ਕਿ ਤੁਸੀਂ ਸਪੈਸੀਫਿਕ ਵਾਇਰਸਾਂ ਨੂੰ, ਸਪੈਸੀਫਿਕ ਬੈਕਟੀਰੀਆ ਨੂੰ ਮਾਰਨ ਵਾਸਤੇ ਇੱਕ ਦਵਾਈ ਦੀ ਸ਼ਕਲ 'ਚ ਬਣਾ ਸਕਦੇ ਹੋ। ਤਾਂ ਉਹ ਕੁਦਰਤ ਦੇ ਅੰਦਰ ਵੀ ਇਹ ਵਰਤਾਰਾ ਹੋ ਰਿਹਾ। ਕੁਦਰਤ ਦੇ ਅੰਦਰ ਵੀ, ਕੁਦਰਤ ਵੀ ਇਸ ਕੰਮ ਲਈ ਵਾਇਰਸਾਂ ਨੂੰ ਯੂਜ਼ ਕਰਦੀ ਹੈ। ਜਦੋਂ ਕੋਈ ਖਤਰਨਾਕ ਬੈਕਟੀਰੀਆ ਆ ਜਾਂਦਾ ਤਾਂ ਉਹ ਵਾਇਰਸਾਂ ਨੂੰ ਵੀ ਯੂਜ਼ ਕਰਕੇ ਬੈਕਟੀਰੀਆ ਮਾਰ ਸਕਦੀ ਹੈ ਜੀ। ਜੇ ਉਹਨੂੰ ਲੱਗਦਾ ਕਿ ਮੇਰਾ ਬਾਕੀ ਦਾ, ਕਿਉਂਕਿ ਜਿਹੜੇ ਸਾਡੀ ਇਮਿਊਨਿਟੀ ਹੈ, ਇਮਿਊਨਿਟੀ ਦੀ ਵੀ ਬਹੁਤ ਵੀ ਮੁੱਢਲੀ ਸਮਝ ਹੈ ਮੈਡੀਕਲ ਸਿਸਟਮ ਨੂੰ। ਅੱਜ ਇਮਿਊਨਿਟੀ ਤੇ ਬਹੁਤ ਜਿਹੜੀਆਂ ਖੋਜਾਂ ਹੋ ਗਈਆਂ ਜਿਹਨੂੰ ਕਿ ਮੇਨ ਸਟ੍ਰੀਮ ਮੈਡੀਕਲ ਪ੍ਰੋਫੈਸ਼ਨ 'ਚ ਪੜ੍ਹਾਇਆ ਹੀ ਨਹੀਂ ਜਾਂਦਾ। ਜਿਹੜੀ ਡਾਕਟਰ ਸ਼ਿਵਾ ਗੱਲ ਕਰ ਰਿਹਾ, ਤੁਸੀਂ ਦੇਖੀ ਹੋਣੀ ਉਹਦੀ ਵੀਡੀਓ। ਡਾਕਟਰ ਸ਼ਿਵਾ ਐਸੇ ਵਿਸ਼ੇ ਤੇ ਗੱਲ ਕਰ ਰਿਹਾ ਕਿ ਅੱਜ ਜੋ ਇਮਿਊਨਿਟੀ ਦੀ ਅੰਡਰਸਟੈਂਡਿੰਗ ਵਿਗਿਆਨ ਕੋਲ ਹੈਗੀ ਹੈ ਉਹਨੂੰ ਮੇਨ ਸਟ੍ਰੀਮ ਮੈਡੀਕਲ ਪ੍ਰੋਫੈਸ਼ਨ 'ਚ MBBS ਨਹੀਂ ਪੜ੍ਹਾਇਆ ਜਾ ਰਿਹਾ। ਕਿਉਂ? ਕਿਉਂਕਿ ਉਹ ਪੜ੍ਹਾਉਣਗੇ ਤਾਂ ਉਹ ਬਿਜ਼ਨਸ ਦੇ ਉਲਟ ਜਾਂਦਾ। ਇਸ ਕਰਕੇ ਜਾਣ ਬੁੱਝ ਕੇ ਨੋਇੰਗਲੀ ਉਸ ਸਾਇੰਸ ਨੂੰ ਬਲੈਕ ਆਊਟ ਕੀਤਾ ਗਿਆ ਮੈਡੀਕਲ ਦੇ ਕੋਰਸਸ 'ਚੋਂ। ਇਮਿਊਨਿਟੀ ਜਿਹੜੀ ਹੈ ਉਹ ਬਹੁਤ ਹੀ ਵਾਸਟ ਚੀਜ਼ ਹੈ। ਉਹ ਸਿਰਫ ਐਂਟੀਬਾਡੀ ਤੇ ਦੋ ਚਾਰ ਚੀਜ਼ਾਂ ਨਹੀਂ ਹੈਗੀ। ਮੈਡੀਕਲ ਪ੍ਰੋਫੈਸ਼ਨ 'ਚ ਮਜਬੂਰੀ ਬਸ ਉਹ ਥੋੜੀ ਬਹੁਤੀ ਚੀਜ਼ਾਂ ਪੜਾਉਂਦੇ ਆ ਜਿਹੜੀਆਂ ਕਿ ਬੜੀਆਂ ਪੁਰਾਣੀਆਂ ਨੇ, ਲੇਕਿਨ ਪਿਛਲੇ 40-50 ਸਾਲਾਂ 'ਚ ਜੋ ਖੋਜਾਂ ਹੋਈਆਂ ਨੇ ਉਹ ਕਾਫੀ ਖੋਜਾਂ ਉਹਦੇ ਚੋਂ ਬਲੈਕ ਆਊਟ ਕੀਤੀਆਂ ਹੋਈਆਂ ਉਹਨਾਂ ਨੇ। ਉਹ ਅਗਰ ਆ ਜਾਂਦੀਆਂ ਨੇ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਜੇ ਮੰਨ ਲਓ ਕੁਆਂਟਮ ਊਰਜਾ ਵਾਲਾ ਕਨਸੈਪਟ ਪੂਰੀ ਮਨੁੱਖਤਾ ਅਡਾਪਟ ਕਰ ਲਵੇ ਕਿ ਅਸੀਂ ਇੱਕ ਪਰਮਾਤਮਾ ਰੂਪੀ ਊਰਜਾ ਦੇ ਬੱਚੇ, ਸਾਰੀ ਮਨੁੱਖਤਾ, ਸਾਰੀ ਧਰਤੀ, ਸਾਰੀ ਕੁਦਰਤ, ਸਾਰਾ ਬ੍ਰਹਿਮੰਡ ਜੁੜਿਆ ਹੋਇਆ ਇੱਕ ਦੂਜੇ ਨਾਲ। ਫਿਰ ਕੌਣ ਉੱਚ ਤੇ ਕੌਣ ਨੀਚ, ਕੌਣ ਸ਼ੂਦਰ ਤੇ ਕੌਣ ਹਾਈ ਕਾਸਟ, ਕੌਣ ਅਮੀਰ ਤੇ ਕੌਣ ਗਰੀਬ, ਫਿਰ ਅਮੀਰ ਕਿਉਂ ਹੈ। ਤਾਂ ਉਹ ਇਸ ਕਰਕੇ ਕੁਆਂਟਮ ਫਿਜ਼ਿਕਸ ਨੂੰ ਉਹ ਪੜ੍ਹਾਉਂਦੇ ਨਹੀਂ ਸਕੂਲਾਂ 'ਚ।